फस्ट होम बायर्स ਨੂੰ ਇਹ ਲੱਗ ਰਿਹਾ ਕਿ ਬਹੁਤ ਵੱਡੀ ਅਪਰਚੂਨਿਟੀ ਹੈ ਹੁਣ ਕਿ ਰੇਟ ਘਟ ਰਹੇ ਨੇ ਇਹ ਹੋਰ ਜਦੋਂ ਘਟ ਜਾਣਗੇ ਤਾਂ ਅਸੀਂ ਨਾਲ ਦੀ ਨਾਲ ਕਲਿੱਕ ਕਰਾਂਗੇ ਉਹਨਾਂ ਨੂੰ ਪ੍ਰੋਪਰਲੀ ਪਲੀਜ਼ ਗਾਈਡ ਕਰਿਓ ਕਿ ਕਿਹੜਾ ਐਗਜ਼ੈਕਟ ਟਾਈਮ ਹੈ ਕਿ ਇਹ ਰਾਈਟ ਟਾਈਮ ਹੈ ਉਹਨਾਂ ਦੇ ਬਾਈ ਕਰਨ ਦੇ ਲਈ। ਕਈ ਲੋਕ ਅਕਸਰ ਦੂਜਿਆਂ ਦੇ ਕਹੇ ਤੇ ਦੇਖਾ ਦੇਖੀ ਜਾਂ ਰਿਸ਼ਤੇਦਾਰਾਂ ਦੇ ਕਹਿਣ ਤੇ ਕਾਲੀ 'ਚ ਡਿਸੀਜਨ ਲੈ ਲੈਂਦੇ ਆ ਕਿ ਵੀ ਅਸੀਂ ਆਪਣੇ ਘਰ 'ਚ ਮੂਵ ਹੋਣਾ ਚਾਹੁੰਦੇ ਹਾਂ, ਪਰ ਫਿਰ ਉਹਨਾਂ ਤੋਂ ਪੇਮੈਂਟਸ ਨਹੀਂ ਅਫੋਰਡ ਹੁੰਦੀਆਂ, ਫਿਰ ਟਫ ਸਿਚੁਏਸ਼ਨਸ ਦੇ ਵਿੱਚੋਂ ਲੰਘਦੇ ਹੈਗੇ ਆ। ਉਹਦੇ ਵਿੱਚ ਘੱਟੋ ਘੱਟ 2-3 ਮੈਂਬਰ ਜਿਹੜੇ ਆ ਉਹ ਵਰਕਿੰਗ ਹੋਣੇ ਚਾਹੀਦੇ, ਉਹਨਾਂ ਦੀ ਫੁੱਲ ਟਾਈਮ ਜੋਬ ਹੋਣੀ ਚਾਹੀਦੀ ਆ, ਘੱਟੋ ਘੱਟ 5 ਤੋਂ 6 ਮਹੀਨੇ ਉਹਨਾਂ ਨੇ ਕਿਸੇ ਇੱਕ ਕੰਪਨੀ 'ਚ ਕੰਮ ਕੀਤਾ ਹੋਵੇ ਤਾਂ ਫਿਰ ਉਹ ਆਪਣੇ ਆਪ ਨੂੰ ਕੁਆਲੀਫਾਈ ਕਰ ਸਕਦੇ ਨੇ। ਕੈਨੇਡਾ ਦੇ ਵਿੱਚ ਬੈਂਕਾਂ ਵੱਲੋਂ ਕਾਫੀ ਸਾਰੇ ਪ੍ਰੋਗਰਾਮ ਹੈਗੇ ਜਿਨ੍ਹਾਂ ਵਿੱਚ ਫਸਟ ਟਾਈਮ ਬਾਇਰਸ ਨੂੰ ਇੱਕ ਸਮਾਲ ਡਾਊਨ ਪੇਮੈਂਟ ਜਿਵੇਂ 5 ਜਾਂ 10% ਨਾਲ ਵੀ ਘਰ ਮਿਲ ਜਾਂਦੇ ਨੇ। ਬੈਂਕ ਆਫ ਕੈਨੇਡਾ ਨੇ ਇਹ ਮੰਨਿਆ ਜਾ ਰਿਹਾ ਹੈ ਕਿ ਲੋਕਾਂ ਦਾ ਲੱਕ ਤੋੜਾ ਹੈ ਕਿ ਭਾਈ ਵਿਆਜ ਵਧਾ ਦਿਓ ਤੇ ਇੱਕ ਵਾਰ ਜਿਹਾ ਸ਼ੁਰੂ ਹੋ ਗਿਆ ਆ ਜੀ। ਲੋਕ ਇਹ ਸੋਚਣ ਲੱਗੇ ਨੇ ਕਿ ਕੀ ਰੀਅਲ ਐਸਟੇਟ ਇੱਕ ਵਾਈਜ਼ ਇਨਵੈਸਟਮੈਂਟ ਹੈ ਜਾਂ ਇਸ ਵੇਲੇ ਐਕਸਪੈਂਸ ਹੈ। ਕੌਨਫੀਡੈਂਟਲੀ ਕਹਿ ਸਕਦਾ ਹੈ ਕਿ ਰੀਅਲ ਸਟੇਟ ਅਗਰ ਤੁਸੀਂ ਰੀਅਲ ਸਟੇਟ ਬਾਏ ਕਰਨਾ ਹੈ ਔਰ ਰੀਅਲ ਸਟੇਟ ਹੋਲਡ ਕਰਨਾ ਹੈ, ਅਗਰ ਤੁਸੀਂ ਲੌਂਗ ਟਰਮ ਇਨਵੈਸਟਰ ਹੋ ਤਾਂ ਮੇਰੀ ਐਡਵਾਈਸ ਇਹ ਹੈ ਕਿ ਰੀਅਲ ਸਟੇਟ ਬਾਏ ਕਰਨ ਦਾ ਕੋਈ ਵੀ ਟਾਈਮ ਮਾੜਾ ਟਾਈਮ ਨਹੀਂ ਹੁੰਦਾ ਹੈ। ਲੋਕ ਤਾਂ ਇੰਜ ਘਰਾਂ ਨੂੰ ਟੁੱਟ ਕੇ ਪਏ ਨੇ ਪਿਛਲੇ 2 ਸਾਲਾਂ 'ਚ ਕਿ ਜਿਵੇਂ ਘਰ ਜਾਂ ਜ਼ਮੀਨ ਖਤਮ ਹੀ ਹੋ ਜਾਣੀ ਹੋਵੇ। ਟਾਈਮ ਹੋਮ ਬਾਇਰਸ ਕੋਲ ਆਪਸ਼ਨਸ ਹੈਗੀਆਂ, ਮਾਰਕੀਟ ਦੇ ਵਿੱਚ ਅਵੇਲੇਬਲ ਪ੍ਰੋਪਰਟੀਜ਼ ਹੈਗੀਆਂ, ਉਹਨਾਂ ਦੀਆਂ ਆਪਸ਼ਨਸ ਅੱਗੇ ਨਾਲੋਂ ਜ਼ਿਆਦਾ ਨੇ ਔਰ ਉਹ ਨੈਗੋਸ਼ੀਏਟ ਕਰ ਸਕਦੇ ਨੇ। ਸੋ ਮੈਂ ਤਾਂ ਕਹਾਂਗਾ ਕਿ ਰੀਅਲ ਸਟੇਟ ਲੈਣ ਦਾ ਟਾਈਮ ਕਦੇ ਵੀ ਮਾੜਾ ਨਹੀਂ ਜੇ ਤੁਸੀਂ ਉਹਨੂੰ ਲੌਂਗ ਟਰਮ ਲਈ ਹੋਲਡ ਕਰਨਾ ਚਾਹੁੰਦੇ ਹੋ। ਖਾਸ ਕਰ ਓਨਟਾਰੀਓ ਦੇ ਵਿੱਚ ਤਾਂ ਹੋਰਡਿੰਗਸ ਲੱਗਣ ਲੱਗ ਗਏ, ਪ੍ਰੋਟੈਸਟ ਹੋਣ ਲੱਗ ਗਏ ਨੇ ਕਿ ਬਿਲਡਰਸ ਨੂੰ ਪ੍ਰਾਈਸਿਸ ਘਟਾ ਦੇਣੇ ਚਾਹੀਦੇ ਨੇ। ਪਿਛਲੇ ਕੁਝ ਸਾਲਾਂ 'ਚ ਹੋੜ ਜਿਹੀ ਲੱਗੀ ਸੀਗੀ, ਦੇਖੋ ਦੇਖੀ ਲੋਕਾਂ ਨੇ ਇੱਕਦਮ ਜੰਪ ਔਨ ਕੀਤਾ ਤੇ ਖਾਸ ਕਰ ਕੌਂਡੋ ਮਾਰਕੀਟ ਦੇ ਵਿੱਚ ਇੱਕਦਮ ਪੈਸੇ ਥਰੋ ਕੀਤੇ ਇਨਵੈਸਟ ਕਰਨ ਲਈ। ਇਹ ਦੇਖੋ ਕਿ ਹੁਣ ਤੁਹਾਡੇ ਰੈਂਟ ਅਪ ਚਲੇ ਗਏ ਨੇ, ਚਾਹੇ ਪੇਮੈਂਟ ਵੀ ਅਪ ਚਲੀ ਗਈ ਆ, ਪਰ ਉਹਨੂੰ ਕਵਰ ਕਰਨ ਲਈ ਰੈਂਟਸ ਵੀ ਕਾਫੀ ਹਾਈ ਹੋ ਗਏ ਨੇ। ਈਵਨ 2 ਬੈਡਰੂਮ ਦੀ ਕੋਈ ਇੱਥੇ ਸਰੀ 'ਚ ਆਮ ਰੈਂਟਲ ਸਵੀਟ ਹੀ ਹੁਣ 2000 ਦੇ ਆਸ-ਪਾਸ ਮਿਲਦੀ ਹੈਗੀ, ਉਹ ਵੀ ਬੜੀ ਮੁਸ਼ਕਿਲ ਨਾਲ ਮਿਲਦੀ ਹੈਗੀ ਆ। Play it like a marathon for long run. Everybody is going to win. Real estate is a win-win game. So अगर तुसी even part timer भी हैगे हो, enjoy it, अपने गोल सेट करो। मैं अक्सर अपने दोस्तों को एजुकेट करदा कि अपने गोल्स ਨੂੰ ਲਿਖੋ, अपने विजन बोर्ड बनाओ, दीवार ਦੇ ਉੱਤੇ ਲਗਾਓ ਕਿ ਤੁਸੀਂ ਕੀ ਅਚੀਵ ਕਰਨਾ ਚਾਹੁੰਦੇ ਹੋ ਤੇ ਫਿਰ ਦੇਖੋ ਤੁਹਾਡੀ ਲਾਈਫ ਚੇਂਜ ਹੋ ਜਾਏਗੀ। ਦੋਸਤੋ, ਰੀਅਲ ਐਸਟੇਟ ਦੇ ਇਸ ਨਵੇਂ ਸੈਗਮੈਂਟ ਵਿੱਚ ਤੁਹਾਡਾ ਦਰਸ਼ਕਾਂ ਦਾ ਬਹੁਤ ਨਿੱਘਾ ਸਵਾਗਤ ਹੈ। ਆਮ ਲੋਕਾਂ ਲਈ ਜਿਹੜੇ ਕੈਨੇਡਾ ਦੇ ਵਿੱਚ ਵਸਦੇ ਨੇ, ਸਾਡੇ ਦੂਰ ਦੁਰੇਡਿਓਂ ਆ ਕੇ ਪੰਜਾਬ 'ਚੋਂ ਭਾਰਤ 'ਚੋਂ ਆਏ ਹੋਏ ਨੇ, ਉਹਨਾਂ ਨੂੰ ਘਰ ਲੈਣ ਲਈ ਇੱਕ ਰੀਅਲ ਐਸਟੇਟ ਏਜੰਟ ਦੀ ਬੜੀ ਜ਼ਰੂਰਤ ਹੈ। ਅਸੀਂ ਅਕਸਰ ਇੰਡੀਆ ਦੇ ਵਿੱਚ ਕਹਿੰਦੇ ਨੇ ਕਿ ਜੇ ਪ੍ਰੋਪਰਟੀ ਡੀਲਰ ਆ, ਪ੍ਰੋਪਰਟੀ ਡੀਲਰ ਨਾਲ ਗੱਲ ਕਰਕੇ ਅਸੀਂ ਕਰ ਲੈਂਦੇ ਹਾਂ। ਉੱਥੇ ਬੜਾ ਅਨਰੈਗੂਲੇਟਡ ਜਿਹਾ ਫੀਲਡ ਹੈ ਇਹ, ਬਟ ਇੱਥੇ ਰੈਗੂਲੇਟਡ ਫੀਲਡ ਹੈ। ਸੋ ਸਾਡੇ ਨਾਲ ਬੜੀ ਉੱਘੀ ਸ਼ਖਸੀਅਤ, ਬਹੁਤ ਹੀ ਲਿਟਰੇਟ, ਜਿਨ੍ਹਾਂ ਨੂੰ ਸ਼ੌਂਕ ਹੈ ਰੀਅਲ ਐਸਟੇਟ ਦਾ, ਜਿਹੜੇ ਗਾਈਡ ਵੀ ਕਰਦੇ ਨੇ ਲੋਕਾਂ ਨੂੰ ਕਿ ਭਾਈ ਇਹ ਐਥਿਕਸ ਨੇ, ਇੱਦਾਂ ਹੀ ਚੱਲੋ ਤਾਂ ਅਸੀਂ ਲੋਕਾਂ ਨਾਲ ਵੀ ਵਫਾਦਾਰੀ ਕਰਾਂਗੇ ਤੇ ਆਪਣੇ ਬਿਜ਼ਨਸ ਨਾਲ ਵੀ ਵਫਾਦਾਰੀ ਕਰਾਂਗੇ। ਸੋ ਅਸੀਂ ਸਵਾਗਤ ਕਰਦੇ ਹਾਂ ਜੀ ਨਵ ਖੇਲਾ ਜੀ ਦਾ, ਜਿਨ੍ਹਾਂ ਦੀ ਬਹੁਤ ਵੱਡੀ ਟੀਮ ਹੈ ਔਰ ਇਹ ਸਰੀ ਦੇ ਵਿੱਚ ਬੇਸਡ ਨੇ। ਉਹ ਸਾਨੂੰ ਅੱਜ ਬਹੁਤ ਚੰਗੇ ਨੁਕਤੇ ਦੱਸਣਗੇ। ਨਵ ਜੀ, ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਰਵਿੰਦਰ ਜੀ। ਸਭ ਤੋਂ ਪਹਿਲਾਂ ਬਹੁਤ ਹੀ ਵਧੀਆ ਇੰਟਰੋਡਕਸ਼ਨ ਲਈ ਤੁਹਾਡਾ ਬਹੁਤ ਸ਼ੁਕਰੀਆ। ਮੇਰਾ ਨਾਮ ਨੈਬ ਖੇਲਾ ਹੈ ਤੇ ਜਿਵੇਂ ਤੁਸੀਂ ਦਰਸ਼ਕਾਂ ਨੂੰ ਦੱਸਿਆ ਹੈ ਕਿ ਮੈਂ ਸਰੀ BC ਦੇ ਵਿੱਚ ਪਿਛਲੇ ਤਕਰੀਬਨ 10 ਸਾਲ ਤੋਂ ਰੀਅਲ ਸਟੇਟ ਖੇਤਰ 'ਚ ਕੰਮ ਕਰ ਰਿਹਾ ਤੇ ਅੱਜ ਤੁਹਾਡੇ ਸ਼ੋਅ ਵਿੱਚ ਤੁਹਾਡੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ। ਥੈਂਕ ਯੂ। ਨੈਬ ਜੀ, ਸਾਨੂੰ ਤੁਹਾਡੀਆਂ ਗੱਲਾਂ ਤੋਂ ਪਤਾ ਲੱਗਿਆ ਕਿ ਤੁਹਾਨੂੰ ਗਾਈਡ ਕਰਨ ਦਾ ਬਹੁਤ ਸ਼ੌਂਕ ਹੈ। ਐਜ਼ ਅ ਟੀਚਰ ਤੁਸੀਂ ਰੀਅਲ ਐਸਟੇਟ ਏਜੰਟਸ ਨੂੰ ਵੀ ਗਾਈਡ ਕਰਦੇ ਹੋ, ਤੁਸੀਂ ਆਪ ਬਹੁਤ ਵੱਡੇ ਰੀਅਲੇਟਰ ਹੋ ਤੇ
ਅੱਜ ਸਾਡੇ ਦਰਸ਼ਕਾਂ ਨੂੰ ਵਿਦਿਆਰਥੀ ਸਮਝਿਓ, ਸਟੂਡੈਂਟ ਸਮਝਿਓ ਤੇ ਕਿਰਪਾ ਕਰਕੇ ਉਹਨਾਂ ਨੂੰ ਬਿਲਕੁਲ ਸਹੀ ਰਾਏ ਦਿਓ ਕਿ ਉਹਨਾਂ ਨੂੰ ਅੱਜ ਕੱਲ੍ਹ ਕੀ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਫਸਟ ਹੋਮ ਬਾਇਰਸ ਨੇ ਜਿਹੜੇ, ਉਹਨਾਂ ਬਾਰੇ ਗੱਲ ਕਰਾਂਗੇ, ਕਿਉਂਕਿ ਫਸਟ ਹੋਮ ਬਾਇਰਸ ਨੂੰ ਇਹ ਲੱਗ ਰਿਹਾ ਕਿ ਬਹੁਤ ਵੱਡੀ ਅਪਰਚੂਨਿਟੀ ਹੈ ਹੁਣ ਕਿ ਰੇਟ ਘਟ ਰਹੇ ਨੇ। ਇਹ ਹੋਰ ਜਦੋਂ ਘਟ ਜਾਣਗੇ ਤਾਂ ਅਸੀਂ ਨਾਲ ਦੀ ਨਾਲ ਕਲਿੱਕ ਕਰਾਂਗੇ। ਉਹਨਾਂ ਨੂੰ ਪ੍ਰੋਪਰਲੀ ਪਲੀਜ਼ ਗਾਈਡ ਕਰਿਓ ਕਿ ਕਿਹੜਾ ਐਗਜ਼ੈਕਟ ਟਾਈਮ ਹੈ, ਕੀ ਇਹ ਰਾਈਟ ਟਾਈਮ ਹੈ ਉਹਨਾਂ ਦੇ ਬਾਈ ਕਰਨ ਦੇ ਲਈ। ਹਾਂਜੀ ਸ਼ੋਰ ਜੀ, ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਸਭ ਤੋਂ ਉਹਨਾਂ ਨੂੰ ਸਹੀ ਗਾਈਡੈਂਸ ਦੇ ਕੇ ਹੀ ਆਪਣੇ, ਜਿਵੇਂ ਤੁਸੀਂ ਫਸਟ ਟਾਈਮ ਬਾਇਰਸ ਦੀ ਗੱਲ ਕੀਤੀ ਆ, ਪਿਛਲੇ ਕੁਝ ਸਾਲਾਂ ਤੋਂ ਇਮੀਗ੍ਰੈਂਟਸ ਬਹੁਤ ਜ਼ਿਆਦਾ BC ਦੇ ਵਿੱਚ ਵੀ ਔਰ ਓਨਟਾਰੀਓ 'ਚ ਵੀ ਆਏ ਨੇ। ਤੇ ਜਿਹੜੇ ਫਸਟ ਟਾਈਮ ਬਾਇਰਸ ਨੇ ਘਰਾਂ ਦੇ, ਉਹਨਾਂ ਨੂੰ ਮੇਰੀ ਸਭ ਤੋਂ ਜਿੱਦਾਂ ਪਹਿਲੀ ਰਿਕੁਐਸਟ ਇਹ ਹੈ ਕਿ ਵੀ ਜੇ ਉਹਨਾਂ ਨੇ ਫਿਊਚਰ 'ਚ ਘਰ ਪਲਾਨ ਕਰਨਾ ਲੈਣ ਦਾ, ਤੇ ਉਹਨਾਂ ਦੇ ਕੋਲ ਇਨਫ ਸੇਵਿੰਗ ਹੋਣੀ ਜ਼ਰੂਰੀ ਹੈਗੀ ਆ। ਜਿਵੇਂ ਕਿ ਹੁਣ ਇੱਥੇ ਪ੍ਰਾਈਸਿਸ ਬਹੁਤ ਉੱਪਰ ਚਲੇ ਗਏ ਆ, ਤੇ ਕਈ ਲੋਕ ਅਕਸਰ ਦੂਜਿਆਂ ਦੇ ਕਹੇ ਤੇ ਦੇਖਾ ਦੇਖੀ ਜਾਂ ਰਿਸ਼ਤੇਦਾਰਾਂ ਦੇ ਕਹਿਣ ਤੇ ਕਾਹਲੀ 'ਚ ਡਿਸੀਜ਼ਨ ਲੈ ਲੈਂਦੇ ਆ ਕਿ ਵੀ ਅਸੀਂ ਆਪਣੇ ਘਰ 'ਚ ਮੂਵ ਹੋਣਾ ਚਾਹੁੰਦੇ ਆ, ਪਰ ਫਿਰ ਉਹਨਾਂ ਤੋਂ ਪੇਮੈਂਟਸ ਨਹੀਂ ਅਫੋਰਡ ਹੁੰਦੀਆਂ, ਫਿਰ ਟਫ ਸਿਚੁਏਸ਼ਨਸ ਦੇ ਵਿੱਚੋਂ ਲੰਘਦੇ ਹੈਗੇ ਆ। ਸੋ ਇਹੋ ਜਿਹੇ ਹਾਲਾਤਾਂ ਤੋਂ ਬਚਣ ਲਈ ਮੈਂ ਤਾਂ ਇਹੀ ਉਹਨਾਂ ਨੂੰ ਸੇਧ ਦੇਵਾਂਗਾ, ਪਹਿਲੀ ਗੱਲ ਕਿ ਵੀ ਜਦੋਂ ਕੈਨੇਡਾ 'ਚ ਆਏ ਹੋ ਤੁਸੀਂ ਘਰ ਲੈਣ ਤੋਂ ਪਹਿਲਾਂ ਆਪਣਾ ਕ੍ਰੈਡਿਟ ਬਿਲਡ ਕਰੋ, 1-2 ਕ੍ਰੈਡਿਟ ਕਾਰਡ ਯੂਜ਼ ਕਰੋ ਜਿਹਦੇ ਨਾਲ ਕੁਝ ਟਾਈਮ ਤੱਕ ਤੁਸੀਂ ਅੱਛਾ ਕ੍ਰੈਡਿਟ ਸਕੋਰ ਹਾਸਲ ਕਰ ਸਕੋ। ਤੇ ਨਾਲ ਦੀ ਨਾਲ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਅਗਰ ਇੱਕ ਫੈਮਿਲੀ ਆ ਉਹਦੇ ਵਿੱਚ ਘੱਟੋ ਘੱਟ 2-3 ਮੈਂਬਰ ਜਿਹੜੇ ਆ ਉਹ ਵਰਕਿੰਗ ਹੋਣੇ ਚਾਹੀਦੇ, ਉਹਨਾਂ ਦੀ ਫੁੱਲ ਟਾਈਮ ਜੌਬ ਹੋਣੀ ਚਾਹੀਦੀ ਆ, ਤੇ ਘੱਟੋ ਘੱਟ 5 ਤੋਂ 6 ਮਹੀਨੇ ਉਹਨਾਂ ਨੇ ਕਿਸੇ ਇੱਕ ਕੰਪਨੀ 'ਚ ਕੰਮ ਕੀਤਾ ਹੋਵੇ, ਤਾਂ ਫਿਰ ਉਹ ਆਪਣੇ ਆਪ ਨੂੰ ਕੁਆਲੀਫਾਈ ਕਰ ਸਕਦੇ ਨੇ ਕੋਈ ਮੌਰਗੇਜ ਲੈਣ ਲਈ। ਐਟ ਦ ਸੇਮ ਟਾਈਮ ਅਗਰ ਉਹ ਕਨਵੈਨਸ਼ਨਲ ਮੌਰਗੇਜ ਲੈਣਾ ਚਾਹੁੰਦੇ ਨੇ, ਅਗਰ ਘਰ ਲੈਣ ਲਈ ਉਹਨਾਂ ਕੋਲ 20% ਦੇ ਆਸ-ਪਾਸ ਡਾਊਨ ਪੇਮੈਂਟ ਹੈਗੀ ਆ, ਤੇ ਉਹਨਾਂ ਨੂੰ ਮੌਰਗੇਜ ਉਹਨਾਂ ਸੌਖੀ ਮਿਲ ਜਾਏਗੀ। ਪਰ ਕੈਨੇਡਾ ਦੇ ਵਿੱਚ ਬੈਂਕਾਂ ਵੱਲੋਂ ਕਾਫੀ ਸਾਰੇ ਪ੍ਰੋਗਰਾਮ ਹੈਗੇ ਜਿਨ੍ਹਾਂ ਵਿੱਚ ਫਸਟ ਟਾਈਮ ਬਾਇਰਸ ਨੂੰ ਇੱਕ ਸਮਾਲ ਡਾਊਨ ਪੇਮੈਂਟ ਜਿਵੇਂ 5 ਜਾਂ 10% ਨਾਲ ਵੀ ਘਰ ਮਿਲ ਜਾਂਦੇ ਨੇ। ਮੈਂ ਖੁਦ ਜਦੋਂ ਕੈਨੇਡਾ 'ਚ 2010 'ਚ ਆਇਆ ਸੀ, ਤੇ ਅਸੀਂ 2011 'ਚ ਸਿਰਫ 5% ਡਾਊਨ ਪੇਮੈਂਟ ਪਾ ਕੇ ਸਰੀ ਦੇ ਵਿੱਚ ਆਪਣਾ ਪਹਿਲਾ ਘਰ ਲਿਆ ਸੀਗਾ। ਸੋ ਓਪਰਚੁਨਿਟੀਜ਼ ਬਹੁਤ ਨੇ, ਔਰ ਰੀਅਲ ਸਟੇਟ ਇਜ਼ ਯੂਰ ਬਿਗੇਸਟ ਇਨਵੈਸਟਮੈਂਟ। ਬਹੁਤ ਜ਼ਬਰਦਸਤ ਇਹਦੇ ਰਿਟਰਨ ਨੇ ਕੈਨੇਡਾ ਦੇ ਵਿੱਚ। ਤੋ ਬਸ ਇਹੀ ਸਭ ਤੋਂ ਪਹਿਲਾ ਇੰਪੋਰਟੈਂਟ ਸਟੈਪ ਇਹੀ ਆ ਕਿ ਤੁਸੀਂ ਇਹ ਡਿਸੀਜ਼ਨ ਬਣਾਉਣਾ ਆ, ਤੇ ਤੁਹਾਡੇ ਇਹ ਚੀਜ਼ਾਂ ਇਨ ਪਲੇਸ ਹੋਣੀਆਂ ਚਾਹੀਦੀਆਂ ਤੁਹਾਡੇ ਡਿਸੀਜ਼ਨ ਬਣਾਉਣ ਤੋਂ ਪਹਿਲਾਂ, ਕਿ ਘਰ ਲੈਣ ਲਈ ਪੂਰੀ ਤਿਆਰੀ ਚਾਹੀਦੀ ਤੁਹਾਨੂੰ। ਜੀ ਜੀ ਤੇ ਖੇਲਾ ਜੀ, ਬੈਂਕਾਂ ਨੇ ਅੱਜ ਕੱਲ੍ਹ ਤਾਂ ਲੱਕ ਤੋੜਿਆ ਹੈ। 2010 ਦੇ ਵਿੱਚ ਨੋ ਡਾਊਟ ਜਦੋਂ ਤੁਸੀਂ ਘਰ ਲਿਆ ਹੋਊਗਾ ਪਹਿਲਾਂ, ਥੋੜ੍ਹਾ ਜਿਹਾ ਈਜ਼ੀ ਵੀ ਹੋਊਗਾ, ਰੇਟ ਆਫ ਇੰਟਰਸਟ ਵੀ ਬਹੁਤ ਘੱਟ ਹੋਊਗਾ। ਇਸ ਵੇਲੇ ਜੋ ਹਾਲਾਤ ਨੇ, ਬੈਂਕ ਆਫ ਕੈਨੇਡਾ ਨੇ ਇਹ ਮੰਨਿਆ ਜਾ ਰਿਹਾ ਹੈ ਕਿ ਲੋਕਾਂ ਦਾ ਲੱਕ ਤੋੜਿਆ ਹੈ ਕਿ ਭਾਈ ਵਿਆਜ ਵਧਾ ਦਿਓ, ਤੇ ਇੱਕ ਵਾਰ ਜਿਹਾ ਸ਼ੁਰੂ ਹੋ ਗਿਆ ਆ ਜੀ। ਲੋਕ ਇਹ ਸੋਚਣ ਲੱਗ ਗਏ ਨੇ ਕਿ ਕੀ ਰੀਅਲ ਐਸਟੇਟ ਇੱਕ ਵਾਈਜ਼ ਇਨਵੈਸਟਮੈਂਟ ਹੈ ਜਾਂ ਇਸ ਵੇਲੇ ਐਕਸਪੈਂਸ ਹੈ, ਕਿਉਂਕਿ ਪਹਿਲਾਂ ਲੋਕਾਂ ਨੇ 4-4 ਘਰ ਬੁੱਕ ਕੀਤੇ ਹੋਏ ਸੀਗੇ, ਤੇ ਹੁਣ ਇਹ ਮੈਨੂੰ ਲੱਗਦਾ ਹੈ ਕਿ ਵਾਈਜ਼ ਇਨਵੈਸਟਮੈਂਟ ਤੋਂ ਐਕਸਪੈਂਸ ਵਾਲੇ ਪਾਸੇ ਨੂੰ ਤੁਰ ਗਿਆ ਜੀ ਕੰਮ। ਰਵਿੰਦਰ ਜੀ, ਰੀਅਲ ਐਸਟੇਟ ਡੈਫੀਨੇਟਲੀ ਕਿਸੇ ਵੀ ਫੈਮਿਲੀ ਲਈ, ਉਹਨਾਂ ਲਈ ਸਭ ਤੋਂ ਵੱਡੀ ਉਹਨਾਂ ਦੀ ਜ਼ਿੰਦਗੀ ਦੀ ਇਨਵੈਸਟਮੈਂਟ ਹੁੰਦੀ ਆ। ਤੇ ਮੈਂ ਆਪਣੇ ਐਕਸਪੀਰੀਅੰਸ ਤੋਂ ਇਹ ਕੌਨਫੀਡੈਂਟਲੀ ਕਹਿ ਸਕਦਾ ਹਾਂ ਕਿ ਰੀਅਲ ਐਸਟੇਟ, ਅਗਰ ਤੁਸੀਂ ਰੀਅਲ ਐਸਟੇਟ ਬਾਏ ਕਰਨਾ ਹੈ ਔਰ ਰੀਅਲ ਐਸਟੇਟ ਹੋਲਡ ਕਰਨਾ ਹੈ, ਅਗਰ ਤੁਸੀਂ ਲੌਂਗ ਟਰਮ ਇਨਵੈਸਟਰ ਹੋ, ਤਾਂ ਮੇਰੀ ਐਡਵਾਈਸ ਇਹ ਹੈ ਕਿ ਰੀਅਲ ਐਸਟੇਟ ਬਾਏ ਕਰਨ ਦਾ ਕੋਈ ਵੀ ਟਾਈਮ ਮਾੜਾ ਟਾਈਮ ਨਹੀਂ ਹੁੰਦਾ ਹੈ। ਈਵਨ ਅਗਰ ਅੱਜ ਦੀ ਡੇਟ ਦੀ ਗੱਲ ਕਰੀਏ, ਬੇਸ਼ੱਕ ਬੈਂਕਾਂ ਨੇ ਰੇਟ ਆਫ ਇੰਟਰਸਟ, ਬੈਂਕ ਆਫ ਕੈਨੇਡਾ ਨੇ ਬਹੁਤ ਵਧਾ ਦਿੱਤਾ ਹੈ ਔਰ ਕੁਆਲੀਫਾਈਂਗ ਹੋਣਾ ਹੋਰ ਮੁਸ਼ਕਿਲ ਹੋ ਗਿਆ ਹੋਮ ਬਾਇਰਸ ਲਈ, ਪਰ ਐਟ ਦ ਸੇਮ ਟਾਈਮ ਤੁਸੀਂ ਇਹ ਦੇਖੋ ਕਿ ਲਾਸਟ ਈਅਰ ਜਾਂ ਉਸ ਤੋਂ ਪਹਿਲਾਂ ਜਿੰਨੀ ਰੀਅਲ ਐਸਟੇਟ ਵਰਲਡ ਦੇ ਵਿੱਚ ਪ੍ਰਾਈਸਿਸ ਅਪ ਹੋ ਗਈਆਂ ਸੀ, ਜਿੰਨੀ ਇਨਫਲੇਸ਼ਨ ਸ਼ੋ ਹੋ ਰਹੀ ਸੀ, ਉਹ ਦੁਬਾਰਾ ਕੈਚਅਪ ਕਰ ਰਹੀ ਹੈਗੀ ਆ। ਮਾਰਕੀਟ ਕਰੈਕਟ ਵੀ ਬਹੁਤ ਜ਼ਿਆਦਾ ਹੋ ਗਈ ਆ। ਸੋ ਇਹ ਕਰੈਕਸ਼ਨ ਵੀ ਬਹੁਤ ਜ਼ਰੂਰੀ ਸੀਗੀ, ਨਹੀਂ ਤਾਂ ਇੱਕ ਤਰ੍ਹਾਂ ਜੇ ਕਹੀਏ ਤਾਂ ਮਾਰਕੀਟ ਹੱਥੋਂ ਨਿਕਲਦੀ ਜਾ ਰਹੀ ਸੀਗੀ। ਔਰ ਲੋਕ ਅਕਸਰ ਇਹ ਕੰਪਲੇਂਟ ਕਰ ਰਹੇ ਸੀ ਕਿ ਲੋਕ ਤਾਂ ਇੰਜ ਘਰਾਂ ਨੂੰ ਟੁੱਟ ਕੇ ਪਏ ਨੇ ਪਿਛਲੇ 2 ਸਾਲਾਂ 'ਚ ਕਿ ਜਿਵੇਂ ਘਰ ਜਾਂ ਜ਼ਮੀਨ ਖਤਮ ਹੀ ਹੋ ਜਾਣੀ ਹੋਵੇ। ਸੋ ਹੁਣ ਮੈਂ ਕਹਾਂਗਾ ਕਿ ਉਹ ਟਾਈਮ ਆ ਗਿਆ ਵਾਪਸ, ਜਦੋਂ ਇਸ ਟਾਈਮ ਹੋਮ ਬਾਇਰਸ ਕੋਲ ਆਪਸ਼ਨਸ ਹੈਗੀਆਂ, ਮਾਰਕੀਟ ਦੇ ਵਿੱਚ ਅਵੇਲੇਬਲ ਪ੍ਰੋਪਰਟੀਜ਼ ਹੈਗੀਆਂ, ਉਹਨਾਂ ਦੀਆਂ ਆਪਸ਼ਨਸ ਅੱਗੇ ਨਾਲੋਂ ਜ਼ਿਆਦਾ ਨੇ ਔਰ ਉਹ ਨੈਗੋਸ਼ੀਏਟ ਕਰ ਸਕਦੇ ਨੇ। ਸੋ ਮੈਂ ਤਾਂ ਕਹਾਂਗਾ ਕਿ ਰੀਅਲ ਐਸਟੇਟ ਲੈਣ ਦਾ ਟਾਈਮ ਕਦੀ ਵੀ ਮਾੜਾ ਨਹੀਂ ਜੇ ਤੁਸੀਂ ਉਹਨੂੰ ਲੌਂਗ ਟਰਮ ਲਈ ਹੋਲਡ ਕਰਨਾ ਚਾਹੁੰਦੇ ਹੋ। ਘੱਟੋ ਘੱਟ 5 ਤੋਂ 10 ਸਾਲ ਕੋਈ ਵੀ ਰੀਅਲ ਐਸਟੇਟ ਬਾਏ ਕਰੋ, ਤੇ ਫਿਰ ਤੁਸੀਂ ਦੇਖੋ ਕਿ ਉਹਦੇ ਰਿਟਰਨਸ ਵੱਧਦੇ ਹੀ ਵੱਧਦੇ ਹੈਗੇ ਨੇ। ਇਹ ਜਿਹੜੇ ਸ਼ਾਰਟ ਟਰਮ ਗੇਨਰਸ ਨੇ, ਜਿਵੇਂ
ਫਲਿੱਪਰਸ ਆਪਾਂ ਜਿਨ੍ਹਾਂ ਨੂੰ ਕਹਿ ਦਿੰਦੇ ਜਾਂ ਇਨਵੈਸਟਰਸ ਨੇ ਜਿਨ੍ਹਾਂ ਨੇ ਪ੍ਰੋਪਰਟੀ ਲਈ 4 ਮਹੀਨੇ ਬਾਅਦ 6 ਮਹੀਨੇ ਬਾਅਦ ਵੇਚ ਦੇਣੀ ਹੈਗੀ ਆ, ਉਹਨਾਂ ਲਈ ਉਹਨਾਂ ਨੂੰ ਜ਼ਿਆਦਾ ਇਹ ਟ੍ਰਿਕੀ ਮਾਰਕੀਟ ਲੱਗ ਰਹੀ ਆ। ਪਰ ਜਿਹੜੇ ਲੌਂਗ ਟਰਮ ਇਨਵੈਸਟਰ ਨੇ ਜਿਨ੍ਹਾਂ ਨੇ ਘਰ ਲੈਣੇ ਨੇ, ਵਿੱਚ ਰਹਿਣਾ ਆ ਨਿਸ਼ਾ ਦੇ ਨਾਲ, ਉਹ ਆਈ ਥਿੰਕ ਦੇ ਆਰ ਗੁੱਡ ਐਂਡ ਈਵਨ ਇਨ ਦਿਸ ਟੂਡੇਜ਼ ਮਾਰਕੀਟ ਉਹਨਾਂ ਕੋਲ ਬਹੁਤ ਆਪਸ਼ਨਸ ਹੈਗੀਆਂ ਲੈਣ ਲਈ। ਜੀ, ਤੇ ਨੈਬ ਜੀ ਇੱਕ ਜੰਗ ਜੀ ਛਿੜ ਗਈ ਹੈ ਬਾਇਰ ਦੇ ਵਿੱਚ ਔਰ ਬਿਲਡਰ ਦੇ ਵਿੱਚ। ਹਾਂਜੀ, ਯਾਨੀ ਕਿ ਜ਼ਿਆਦਾਤਰ ਰੀਅਲੇਟਰ ਹੀ ਸੀਗੇ ਉਹਦੇ ਵਿੱਚ ਜਾਂ ਰੀਅਲ ਐਸਟੇਟ ਏਜੰਟ ਸੀਗੇ ਉਹਦੇ ਵਿੱਚ ਜਿਨ੍ਹਾਂ ਨੇ ਬਾਈ ਕੀਤੇ ਨੇ ਹਾਊਸਸ। ਤੇ ਹੁਣ ਉਹ ਖਾਸ ਕਰ ontario ਦੇ ਵਿੱਚ ਤਾਂ ਹੋਰਡਿੰਗਸ ਲੱਗਣ ਲੱਗ ਗਏ, ਪ੍ਰੋਟੈਸਟ ਹੋਣ ਲੱਗ ਗਏ ਨੇ ਕਿ ਬਿਲਡਰਸ ਨੂੰ ਪ੍ਰਾਈਸਿਸ ਘਟਾ ਦੇਣੇ ਚਾਹੀਦੇ ਨੇ ਕਿਉਂਕਿ ਬੈਂਕ ਦਾ ਰੇਟ ਆਫ ਇੰਟਰਸਟ ਬਹੁਤ ਵੱਧ ਚੁੱਕਿਆ ਆ। ਤੇ ਉਧਰੋਂ ਬਿਲਡਰ ਆਪਣੀ ਜਗ੍ਹਾ ਤੇ ਠੀਕ ਹੈ, ਕਹਿੰਦਾ ਭਾਈ ਜੇ ਤੁਹਾਨੂੰ 2 ਟਾਈਮਸ ਮੋਰ ਬੈਨੀਫਿਟ ਹੋਣਾ ਸੀ, ਪ੍ਰੋਫਿਟ ਹੋਣਾ ਸੀ, ਤਾਂ ਉਦੋਂ ਤਾਂ ਤੁਸੀਂ ਸਾਡੇ ਨਾਲ ਗੱਲ ਵੀ ਨਹੀਂ ਸੀ ਕਰਨੀ। ਤੇ ਅੱਜ ਜੇ ਤੁਸੀਂ ਬੁੱਕ ਕੀਤਾ ਹੋਇਆ ਜਾਂ ਤਾਂ ਲੀਗਲੀ ਆ ਜਾਓ ਤੇ ਜਾਂ ਤੁਸੀਂ ਆਪਣਾ ਮੌਰਗੇਜ ਅਪਰੂਵ ਕਰਵਾ ਕੇ ਤੇ ਬਾਈ ਕਰ ਲਓ ਇਹਨੂੰ ਪ੍ਰੋਪਰਲੀ। ਉਹਨਾਂ ਲੋਕਾਂ ਲਈ ਇਹ ਬੜਾ ਇੱਕ ਮੁਸ਼ਕਿਲ ਸਵਾਲ ਹੈਗਾ। ਮੈਂ ਐਕਚੁਅਲੀ ਜਦੋਂ ਤੁਹਾਡੇ ਸਟੂਡੀਓ ਦੇ ਵਿੱਚ ਆ ਰਿਹਾ ਸੀ ਉਸ ਵੇਲੇ ਵੀ ਮੈਨੂੰ ਇੱਕ ਮੇਰੀ ਟੀਮ ਚੋਂ ਕਿਸੇ ਰੀਅਲਟਰ ਨੇ ਦਿਖਾਇਆ ਕਿ ਆ ਦੇਖੋ ਸਰ ਕਿ ਕਿਸੇ ਨੇ 8,49,000 ਦਾ 3 ਬੈਡਰੂਮ ਦਾ ਕੋਈ ਕੋਂਡੋ ਬੁੱਕ ਕੀਤਾ ਸੀਗਾ ਇੱਥੇ ਕਿਸੇ ਹਾਈ ਰਾਈਜ਼ ਦੇ ਵਿੱਚ, ਸਰੀ ਦੇ ਵਿੱਚ। ਤੇ ਉਹ ਇਨਵੈਸਟਰ ਨੇ ਹੁਣ ਆਪਣੇ ਹੱਥ ਖੜੇ ਕਰਤੇ ਆ, ਉਹਨਾਂ ਨੇ ਪੱਲਾ ਝਾੜਤਾ। ਉਹ ਕਹਿੰਦੇ ਕਿ ਵੀ ਅਸੀਂ ਉਹਨਾਂ ਨੂੰ ਕੰਪਨੀ ਨੂੰ ਇਹ ਕਲੋਜ਼ਿੰਗ ਨਹੀਂ ਕਰਾਉਣੀ ਆਪਣੀ ਡੀਲ ਦੀ। ਤੇ ਇਸ ਤਰ੍ਹਾਂ ਦੀਆਂ ਨਿਊਜ਼ ਹੁਣ ਅਕਸਰ ਸੁਣਨ ਨੂੰ ਮਿਲ ਰਹੀਆਂ ਹੈਗੀਆਂ। ਇਹ ਆਈ ਥਿੰਕ ਇੱਕ ਪਿਛਲੇ ਕੁਝ ਸਾਲਾਂ 'ਚ ਹੋੜ ਜਿਹੀ ਲੱਗੀ ਸੀਗੀ, ਦੇਖੋ ਦੇਖੀ ਲੋਕਾਂ ਨੇ ਇੱਕਦਮ ਜੰਪ ਔਨ ਕੀਤਾ ਤੇ ਖਾਸ ਕਰ ਕੋਂਡੋ ਮਾਰਕੀਟ ਦੇ ਵਿੱਚ ਇੱਕਦਮ ਪੈਸੇ ਥਰੋ ਕੀਤੇ ਇਨਵੈਸਟ ਕਰਨ ਲਈ। ਉਹਦੇ ਵਿੱਚ ਵੀ ਹੁਣ ਕਰੈਕਸ਼ਨ ਬਹੁਤ ਹੋਈ ਹੈਗੀ ਆ। ਅਗੇਨ ਮੈਂ ਇਹਨਾਂ ਇਨਵੈਸਟਰਸ ਨੂੰ ਇਹੀ ਰਿਕੁਐਸਟ ਕਰਾਂਗਾ ਕਿ ਇਹ ਪੈਨਿਕ ਹੋਣ ਦੀ ਸਥਿਤੀ ਨਹੀਂ ਹੈਗੀ, ਕਿਉਂਕਿ ਜਦੋਂ ਵੀ ਤੁਸੀਂ ਰੀਅਲ ਐਸਟੇਟ ਇਨਵੈਸਟਮੈਂਟ ਕਰਦੇ ਹੋ ਉਹਨੂੰ ਤੁਹਾਡੀ ਇਨਵੈਸਟਮੈਂਟ ਨੂੰ ਕਵਰ ਕਰਨ ਲਈ ਤੁਸੀਂ ਉਹਨੂੰ ਰੈਂਟਲ ਨਾਲ ਕੰਪੇਅਰ ਕਰਨਾ ਹੁੰਦਾ। ਤੇ ਇਸ ਟਾਈਮ ਸਰੀ ਵਰਗੇ ਸ਼ਹਿਰ 'ਚ ਰੈਂਟਲ ਮਾਰਕੀਟ ਵੀ ਬਹੁਤ ਹਾਈ ਚਲੀ ਗਈ ਹੈ। ਸੋ ਇਹ ਇਨਵੈਸਟਰਸ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ। ਅਗਰ ਤੁਸੀਂ ਇਹ ਡੀਲਸ ਕੰਪਲੀਟ ਕਰੋਗੇ ਤੇ ਤੁਹਾਨੂੰ ਫਿਊਚਰ ਦੇ ਵਿੱਚ ਗਰੋਥ ਜ਼ਰੂਰ ਮਿਲੇਗੀ 5 to 10 ਈਅਰ ਅਗੇਨ ਮਿਨੀਮਮ। ਪਰ ਨਾਲ ਦੀ ਨਾਲ ਇਹ ਦੇਖੋ ਕਿ ਹੁਣ ਤੁਹਾਡੇ ਰੈਂਟ ਅਪ ਚਲੇ ਗਏ ਨੇ, ਚਾਹੇ ਪੇਮੈਂਟ ਵੀ ਅਪ ਚਲੀ ਗਈ ਆ, ਪਰ ਉਹਨੂੰ ਕਵਰ ਕਰਨ ਲਈ ਰੈਂਟਸ ਵੀ ਕਾਫੀ ਹਾਈ ਹੋ ਗਏ ਨੇ। ਈਵਨ 2 ਬੈਡਰੂਮ ਦੀ ਕੋਈ ਇੱਥੇ ਸਰੀ 'ਚ ਆਮ ਰੈਂਟਲ ਸਵੀਟ ਹੀ ਹੁਣ 2000 ਦੇ ਆਸ-ਪਾਸ ਮਿਲਦੀ ਹੈਗੀ, ਉਹ ਵੀ ਬੜੀ ਮੁਸ਼ਕਿਲ ਨਾਲ ਮਿਲਦੀ ਹੈਗੀ ਆ। ਸੋ ਮੈਂ ਤਾਂ ਇਹੀ ਕਹਾਂਗਾ ਕਿ ਬਈ ਇਹ ਕੋਈ ਵਾਰ ਨਹੀਂ ਹੈਗੀ। ਅਗਰ ਇਹਨੂੰ ਤੁਸੀਂ ਮਤਲਬ play it like a marathon for long run, everybody is going to win. Real estate is a win-win game. ਜੀ, ਤੇ ਜਿਹੜੇ ਲੋਕ ਇਸ ਵੇਲੇ ਬਾਏ ਕਰੀ ਬੈਠੇ ਨੇ ਜੀ, ਉਹਨਾਂ ਦੀਆਂ ਮੌਰਗੇਜਸ ਨਹੀਂ ਅਪਰੂਵ ਹੋ ਰਹੀਆਂ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਅੱਗੇ ਤਾਂ ਅਸੀਂ ਨਹੀਂ ਜਾ ਸਕਦੇ, ਉਹਨਾਂ ਨੂੰ ਉਹ ਛੱਡਣੇ ਪੈਣੇ ਆ ਜਿਹੜਾ ਉਹਨਾਂ ਨੇ ਐਡਵਾਂਸ ਮਨੀ ਦਿੱਤਾ ਹੋਇਆ ਆ। ਹਾਂਜੀ, ਤੇ ਉਸ ਕੇਸ ਦੇ ਵਿੱਚ ਵਰਸਟ ਸਿਨੈਰੀਓ ਕੀ ਹੁੰਦਾ ਆ ਜੀ? ਵਰਸਟ ਸਿਨੈਰੀਓ ਕੁਝ ਨਹੀਂ ਹੋਣਾ ਜੀ। ਜਿਹੜੇ ਮੋਸਟਲੀ ਜਿਹੜੇ ਡਿਵੈਲਪਰਸ ਦੇ ਕੰਟਰੈਕਟ ਹੁੰਦੇ ਨੇ, ਓਬਵੀਅਸਲੀ ਜਦੋਂ ਅਸੀਂ ਰੀਅਲਟਰ ਦੇ ਤੌਰ ਤੇ ਆਪਦੇ ਕਲਾਇੰਟ ਨੂੰ ਕਿਸੇ ਨੂੰ ਉਸ ਕੰਟਰੈਕਟ ਦੇ ਥਰੂ ਸਮਝਾ ਰਹੇ ਹੁੰਦੇ ਆ, ਉਹਨੂੰ ਸਾਰੀ ਚੀਜ਼ ਐਕਸਪਲੇਨ ਕਰ ਰਹੇ, ਉਹਨੂੰ ਦੱਸਿਆ ਗਿਆ ਹੁੰਦਾ ਕਿ ਵੀ ਇਹ ਕੰਟਰੈਕਟ 99% ਡਿਵੈਲਪਰ ਦੀ ਫੇਵਰ 'ਚ ਹੀ ਹੈ, ਡਿਵੈਲਪਰ ਵੱਲੋਂ ਬਣਾਇਆ ਹੈ ਤੇ ਉਹਦੀ ਫੇਵਰ 'ਚ ਹੀ ਹੈ। ਸੋ ਆਈ ਥਿੰਕ ਇਹ ਜਿਹੜਾ ਫੀਅਰ ਸੈਂਟੀਮੈਂਟ ਹੈ ਲੋਕਾਂ ਦਾ ਕਿ ਵੀ ਮਾਰਕੀਟ ਡੈਪਰੀਸ਼ੀਏਟ ਹੋ ਰਹੀ ਹੈ, ਇਹ ਕਲੋਜ਼ਿੰਗਾਂ ਨਾ ਕਰਾਈਏ, ਇਟਸ ਨਾਟ ਅ ਵੈਰੀ ਹੈਲਦੀ ਸਿਨੈਰੀਓ। ਤੇ ਉਹਨਾਂ ਨੂੰ ਪੈਨਿਕ ਹੋਣ ਦੀ ਬਜਾਏ ਇਹ ਸੋਚ ਸਮਝ ਕੇ ਡਿਸੀਜ਼ਨ ਆਪਣੇ ਲੈਣੇ ਚਾਹੀਦੇ ਹੈਗੇ ਆ। ਕਈ ਲੋਕ 50,000 100,000 ਇਸ ਤਰ੍ਹਾਂ ਆਪਣੇ ਡਿਪੋਜ਼ਿਟ ਛੱਡਣ ਦੀ ਸੋਚ ਰਹੇ ਨੇ। ਆਈ ਡੋਂਟ ਰੀਅਲੀ ਰეკਮੈਂਡ ਦੈਟ। ਆਈ ਵੁੱਡ ਸੇ ਕਿ ਜੇ ਤੁਸੀਂ ਇਹ ਆਪਣੀਆਂ ਪ੍ਰੋਪਰਟੀਜ਼ ਕੰਪਲੀਟ ਕਰਾਉਂਦੇ ਹੋ ਤੇ ਮਾਰਕੀਟ ਕਮ ਬੈਕ ਹੋਏਗੀ, ਕਿਉਂਕਿ ਰੀਅਲ ਸਟੇਟ ਮਾਰਕੀਟ ਦੀ ਹਿਸਟਰੀ ਚੱਕ ਲਓ ਰਵਿੰਦਰ ਜੀ, ਪਿਛਲੇ 25-30 ਸਾਲ ਤੋਂ ਜੋ ਵੀ ਮੈਂ ਆਪਣੇ ਸੀਨੀਅਰ ਰੀਅਲਟਰਸ ਤੋਂ ਵੀ ਸਟੱਡੀ ਕੀਤਾ, ਮਾਰਕੀਟ ਇੱਥੇ ਸਾਈਕਲਸ ਦੇ ਵਿੱਚ ਜਾਂਦੀ ਹੈਗੀ ਆ। ਸੋ ਇਹ ਜੋ ਹੁਣ ਅਸੀਂ ਐਕਸਪੀਰੀਅੰਸ ਕਰ ਰਹੇ ਹੈਗੇ, ਇਹ ਕਰੈਕਸ਼ਨ ਹੈਗੀ ਆ, ਇਹ ਕੋਈ ਰਿਸੈਸ਼ਨ ਨਹੀਂ ਹੈਗਾ। ਆਈ ਵੁੱਡ ਡੈਫੀਨੇਟਲੀ ਸੇ ਇਟਸ ਨਾਟ ਅ ਰਿਸੈਸ਼ਨ। ਸੋ ਲੋਕ ਅਖਬਾਰਾਂ ਦੇ ਖਬਰਾਂ ਦੇ ਜਿਹੜੇ ਇਹਦਾ ਇਨਫਲੂਐਂਸ ਹੈਗਾ ਲੋਕਾਂ ਦੇ ਮਨਾਂ 'ਤੇ। ਸੋ ਇਹਦੇ ਨਾਲ ਇੱਕ ਐਡਵਾਂਟੇਜ ਇਹ ਹੋਇਆ ਕਿ ਹਾਂ ਮਾਰਕੀਟ ਚੈੱਕ ਹੋ ਗਈ ਆ, ਜਿਹੜੀ ਪ੍ਰਾਈਸਿਸ ਇੱਕਦਮ ਵੱਧ ਰਹੀਆਂ ਸੀਗੀਆਂ, ਬਟ ਲੌਂਗ ਰਨ ਦੇ ਵਿੱਚ ਐਵਰੀਬਡੀ ਇਜ਼ ਗੋਇੰ ਟੂ ਵਿਨ, ਯੂ ਗੋਇੰ ਟੂ ਵਿਨ ਡੈਫੀਨੇਟਲੀ ਆਲ ਥੀਸ ਇਨਵੈਸਟਰਸ। ਜੀ,
ਡੈਫੀਨੇਟਲੀ ਜਦੋਂ ਲੌਬਲਾਸ ਦਾ ਕਹਿੰਦੇ 10% ਪ੍ਰੋਫਿਟ ਉਹਨਾਂ ਨੇ ਸ਼ੋਅ ਕੀਤਾ ਹੈ ਇਸ ਰਿਸੈਸ਼ਨ ਦੇ ਵਿੱਚ ਵੀ, ਤਾਂ ਰੀਅਲ ਏਸਟੇਟ ਵੀ ਜੇ ਪੇਸ਼ੈਂਸ ਰੱਖਣ ਤਾਂ ਜ਼ਰੂਰ ਫਾਇਦੇ ਦੇ ਵਿੱਚ ਹੀ ਰਹਿਣਗੇ ਨੈਬ ਜੀ। ਪੇਸ਼ੈਂਸ ਦੀ ਤੇ ਨੈਬ ਜੀ ਤੁਸੀਂ ਜੀ ਤੁਹਾਡੀ ਆਪਣੀ ਇੱਕ ਹੌਬੀ ਹੈ, ਇੱਕ ਸ਼ੌਂਕ ਹੈ ਰੀਅਲ ਏਸਟੇਟ ਗਾਇਜ਼ ਨੂੰ ਗਾਈਡ ਕਰਨਾ, ਉਹਨਾਂ ਨੂੰ ਐਜੂਕੇਟ ਕਰਨਾ ਕਿ ਭਾਈ ਇਸ ਤਰੀਕੇ ਨਾਲ ਤੁਸੀਂ ਆਉਣਾ। ਇਸੇ ਕਰਕੇ ਸ਼ਾਇਦ ਤੁਹਾਡੀ ਰੀਅਲ ਏਸਟੇਟ ਸਮਾਜ ਦੇ ਵਿੱਚ ਇੱਜ਼ਤ ਵੀ ਹੈ ਔਰ ਬਹੁਤ ਵੱਡੀ ਟੀਮ ਵੀ ਹੈ ਤੁਹਾਡੀ। ਤੁਸੀਂ ਰੀਅਲ ਏਸਟੇਟ ਜਿਹੜੇ ਬ੍ਰੋਕਰ ਨੇ ਜਾਂ ਰੀਅਲ ਏਸਟੇਟ ਏਜੰਟ ਨੇ ਉਹਨਾਂ ਨੂੰ ਕੀ ਗਾਈਡ ਕਰੋਗੇ? ਕਿਉਂਕਿ ਕੁਝ ਲੋਕ ਇਹਨੂੰ ਐਜ਼ ਅ ਹੌਬੀ ਲੈਂਦੇ ਨੇ ਜਾਂ ਪਾਰਟ ਟਾਈਮ ਇਹਨੂੰ ਲੈਂਦੇ ਨੇ, ਜਾਂ ਕੁਝ ਸਾਇਲੈਂਟ ਇਨਵੈਸਟਰਸ ਵੀ ਬਣ ਜਾਂਦੇ ਨੇ। ਹਾਂਜੀ, ਸੋ ਉਹਨਾਂ ਨੂੰ ਕੀ ਗਾਈਡ ਕਰੋਗੇ ਕਿ ਰੀਅਲ ਏਸਟੇਟ ਕਿੱਦਾਂ ਦਾ ਪ੍ਰੋਫੈਸ਼ਨ ਹੈ, ਕੈਨ ਇਟ ਬੀ ਡਨ ਪਾਰਟ ਟਾਈਮ ਜਾਂ ਨਹੀਂ ਕਰਨਾ ਚਾਹੀਦਾ, ਫੁੱਲ ਟਾਈਮ ਹੀ ਕਰਨਾ ਚਾਹੀਦਾ ਜੀ? ਵੈਲ ਰੀਅਲ ਏਸਟੇਟ ਇੱਕ ਬਹੁਤ ਹੀ ਪਿਆਰਾ ਪ੍ਰੋਫੈਸ਼ਨ ਹੈਗਾ। ਮੈਂ ਇਹਨੂੰ ਇਸ ਤਰੀਕੇ ਨਾਲ ਦੇਖਦਾ ਕਿ ਐਜ਼ ਅ ਰੀਅਲਟਰ ਮੇਰੀ ਜੌਬ ਹੈਗੀ ਆ ਪ੍ਰੋਬਲਮ ਸੋਲਵ ਕਰਨਾ ਲੋਕਾਂ ਦੀ। ਸੋ ਮੇਰੇ ਕੋਲ ਜਦੋਂ ਸਾਡੇ ਦੋਸਤ ਮਿੱਤਰ ਜਾਂ ਕਲਾਇੰਟ ਸਾਨੂੰ ਮਿਲਦੇ ਨੇ, ਅਸੀਂ ਤਾਂ ਉਹਨਾਂ ਨੂੰ ਇਹ ਕਹਿੰਦੇ ਕਿ ਅਸੀਂ ਤੁਹਾਡੀ ਦੱਸੋ ਕਿਸ ਪ੍ਰੋਬਲਮ ਦਾ ਹੱਲ ਕਰ ਸਕਦੇ ਹਾਂ। ਵੀ ਤੁਹਾਨੂੰ ਆਪਣੇ ਕੋਈ ਰੈਨੋਵੇਸ਼ਨ ਲਈ ਹੈਲਪ ਚਾਹੀਦੀ ਆ ਜਾਂ ਕਿਸੇ ਆਪਣੀ ਫਾਈਨੈਂਸਿੰਗ ਲਈ ਹੈਲਪ ਚਾਹੀਦੀ ਆ। ਸਾਡੇ ਦੋਸਤ ਨੇ ਮੌਰਗੇਜ ਬ੍ਰੋਕਰਸ, ਸਾਡਾ ਕਾਫੀ ਵੱਡਾ ਦਾਇਰਾ ਉਹਨਾਂ ਦਾ ਹੈਗਾ। ਬਟ ਜਿੱਥੋਂ ਤੱਕ ਰੀਅਲ ਏਸਟੇਟ 'ਚ ਕਾਮਯਾਬੀ ਦਾ ਸਵਾਲ ਹੈ ਜੀ, ਮਤਲਬ ਕਿ ਹਰ ਰੀਅਲਟਰ ਦੋਸਤ ਨੂੰ ਮੈਂ ਨਵੇਂ, ਖਾਸ ਕਰ ਨਵੇਂ ਜਿਹੜੇ ਬੱਚੇ ਰੀਅਲ ਏਸਟੇਟ ਦਾ ਲਾਇਸੈਂਸ ਵੀ ਲੈ ਰਹੇ ਨੇ, ਉਹਨਾਂ ਨੂੰ ਇਹੀ ਮਾਈਂਡਸੈਟ ਦੇਣਾ ਚਾਹੁੰਦਾ ਕਿ ਵੀ ਡੋਂਟ ਕੰਸੀਡਰ ਇਟ ਐਜ਼ ਅ ਪਾਰਟ ਟਾਈਮ ਗੇਮ। ਰੀਅਲ ਏਸਟੇਟ ਇੱਕ ਬਹੁਤ ਹੀ ਪਿਆਰਾ ਕਰੀਅਰ ਹੈ ਔਰ ਫੁੱਲ ਟਾਈਮ ਕਰਨੇ ਵਾਲਾ ਕਰੀਅਰ ਹੈ। ਜੇਕਰ ਤੁਸੀਂ ਉਹਨੂੰ ਇੰਜੋਏ ਕਰੋ, ਉਹਨੂੰ ਪੂਰੇ ਸਵਾਦ ਨਾਲ ਉਹਦੇ ਵਿੱਚ ਇਨਵੋਲਵ ਹੋਵੋ। ਤੇ ਬਹੁਤ ਸਾਰੇ ਲੋਕ ਸੋਚਦੇ ਆ ਕਿ ਰੀਅਲਟਰ ਦਾ ਕੰਮ ਕੀ ਹੈਗਾ, ਇੱਕ ਫੱਟਾ ਲਾਇਆ ਘਰ ਬੈਠ ਗਿਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਬਿਹਾਈਂਡ ਦਾ ਸੀਨ ਸਾਨੂੰ ਕਿੰਨਾ ਕੰਮ ਕਰਨਾ ਪੈਂਦਾ ਉਸ ਪ੍ਰੋਪਰਟੀ ਦੇ ਸੋਲਡ ਸਟਿੱਕਰ ਤੱਕ ਪਹੁੰਚਣ ਤੱਕ। ਸੋ ਮੇਰਾ ਸ਼ੌਕ ਪਰਸਨਲੀ ਇਹ ਹੈਗਾ ਕਿ ਮੈਂ ਰੀਅਲਟਰਸ ਨੂੰ ਮੈਂਟਰ ਕਰਦਾ ਰਹਿੰਦਾ ਹਾਂ। ਸਾਡੇ ਕੋਲ ਸਾਡੀ ਕੰਪਨੀ ਵੱਲੋਂ ਕਾਫੀ ਅਸੀਂ ਈਵੈਂਟ ਵੀ ਅਰੇਂਜ ਕਰਦੇ ਰਹਿੰਦੇ ਹਾਂ। ਮੈਂ ਵੀ ਖੁਦ ਵੀ ਕਈ ਵਾਰ ਜ਼ੂਮ 'ਤੇ ਜਾਂ ਕਈ ਵਾਰ ਇਨ ਪਰਸਨ ਈਵੈਂਟ ਅਰੇਂਜ ਕਰਦਾ ਰਹਿੰਦਾ। ਸੋ ਕਿਸੇ ਵੀ ਕਿਸਮ ਦੀ ਰੀਅਲਟਰਸ ਨੂੰ, ਜਿਵੇਂ ਖਾਸ ਕਰ ਪਹਿਲੇ 2-4 ਸਾਲਾਂ ਦੇ ਵਿੱਚ ਜ਼ਿਆਦਾ ਮੁਸ਼ਕਿਲ ਹੁੰਦੀ ਆ। ਸੋ ਆਈ ਥਿੰਕ ਇਹ ਕਹਾਂਗਾ ਕਿ ਜੇ ਤੁਸੀਂ 2 ਜਾਂ 3 ਸਾਲ ਪਹਿਲੇ ਕਿਸੇ ਤਰੀਕੇ ਰੀਅਲ ਏਸਟੇਟ ਦੇ ਵਿੱਚ ਰਹਿ ਜਾਂਦੇ ਹੋ ਤਾਂ ਤੁਹਾਡੀ ਸਕਸੈਸ ਦਾ ਰੇਟ ਹਾਈ ਹੈਗਾ, ਨਹੀਂ ਤਾਂ ਤੁਸੀਂ ਇੱਕ ਨੰਬਰ ਬਣ ਕੇ ਰਹਿ ਜਾਣਾ। ਕਿਉਂਕਿ 90% ਜਿਹੜੇ ਰੀਅਲ ਏਸਟੇਟ ਏਜੰਟ ਆ ਉਹ 1-2 ਸਾਲਾਂ 'ਚ ਇੰਡਸਟਰੀ 'ਚੋਂ ਫੇਲ ਹੋ ਕੇ ਚਲੇ ਜਾਂਦੇ ਨੇ ਆਪਣੀਆਂ ਪਾਰਟ ਟਾਈਮ ਜੋਬਾਂ 'ਤੇ। ਕੋਈ ਟਰੱਕ ਚਲਾ ਰਿਹਾ, ਕੋਈ ਟੈਕਸੀ ਚਲਾ ਰਿਹਾ, ਜਾਂ ਕਿਸੇ ਕੰਮ 'ਤੇ ਵਾਪਸ ਚਲੇ ਜਾਂਦੇ ਨੇ। ਪਰ ਮਜ਼ੇਦਾਰ ਗੱਲ ਇਹ ਹੈਗੀ ਹੈ ਰਵਿੰਦਰ ਜੀ ਕਿ ਜਦੋਂ ਤੁਸੀਂ ਇਹ ਸਮਝੋ ਕਿ ਜਿਹੜੇ ਫੁੱਲ ਟਾਈਮ ਰੀਅਲ ਏਸਟੇਟ ਏਜੰਟਸ ਨੇ ਉਹਨਾਂ ਲਈ ਓਪਰਚੁਨਿਟੀਜ਼ ਕਦੀ ਖਤਮ ਨਹੀਂ ਹੁੰਦੀ। ਕਿਉਂਕਿ ਜਿਹੜੇ ਪਾਰਟ ਟਾਈਮ ਏਜੰਟ ਹੈ, ਜਦੋਂ ਉਹ ਮੈਦਾਨ ਹੀ ਛੱਡ ਦਿੰਦੇ ਨੇ ਤਾਂ ਉਹ ਜਿਹੜੇ ਫੁੱਲ ਟਾਈਮਰ ਹੈ ਉਹਨਾਂ ਲਈ ਉੱਥੇ ਹੋਰ ਵੋਲੀਅਮ ਛੱਡ ਜਾਂਦੇ ਨੇ ਕਲਾਇੰਟਸ ਨੂੰ ਸਰਵ ਕਰਨ ਦਾ। ਸੋ ਮੇਰੀ ਐਡਵਾਈਸ ਇਹੀ ਹੈ ਨਵੇਂ ਏਜੰਟਸ ਲਈ ਕਿ ਸਟਿਕ ਅਰਾਊਂਡ, 2 ਸਾਲ ਘੱਟੋ ਘੱਟ ਲਗਾਓ, ਮਿਹਨਤ ਕਰੋ, ਪੂਰਾ ਦੱਬ ਕੇ ਕੰਮ ਕਰੋ, ਤੁਹਾਨੂੰ ਰਿਜ਼ਲਟ ਜ਼ਰੂਰ ਮਿਲਣਗੇ ਜੀ। ਤੇ ਬਹੁਤ ਸਾਰੇ ਲੋਕ ਸਾਡੇ ਖਾਸ ਕਰ ਪੰਜਾਬ ਦੇ ਵਿੱਚੋਂ ਜਾਂ ਭਾਰਤ ਨੂੰ ਵੀ ਅਸੀਂ ਜੇ ਵੱਡੇ ਤੌਰ 'ਤੇ ਦੇਖ ਲੈਂਦੇ ਹਾਂ, ਬਹੁਤ ਸਾਰੇ ਲੋਕ ਉਹ ਆਏ ਨੇ ਜਿਹੜੇ ਕਿ ਬਜ਼ੁਰਗ ਨੇ, ਯਾਨੀ ਕਿ ਕਿਸੇ ਨੇ ਆਪਣੇ ਪੇਰੈਂਟਸ ਨੂੰ ਕਾਲ ਕਰ ਲਿਆ, ਫਿਰ ਉਹਨਾਂ ਦਾ ਵੀ ਦਿਲ ਕਰਦਾ ਕਿ ਇੱਥੇ ਅਸੀਂ ਕੁਝ ਕਰ ਲਈਏ। ਸੋ ਕਰਨ ਦੇ ਚੱਕਰ ਦੇ ਵਿੱਚ ਉਹ ਆਪਣੀਆਂ ਪੁਰਾਣੀਆਂ ਰਿਸ਼ਤੇਦਾਰੀਆਂ ਕੈਨੇਡਾ ਦੇ ਵਿੱਚ ਵੀ ਹੋਲਡ ਕਰਦੇ ਨੇ ਕਿ ਭਈ ਆ ਫਲਾਣੇ ਦਾ ਮੁੰਡਾ ਇੱਦਾਂ, ਫਲਾਣੇ ਦਾ ਇੱਦਾਂ, ਯਾਨੀ ਕਿ ਉਹਨਾਂ ਦਾ ਇੱਕ ਬਹੁਤ ਵੱਡਾ ਇੱਕ ਸਰਕਲ ਹੁੰਦਾ ਹੈ ਜੀ ਆਪਸ ਦੇ ਵਿੱਚ। ਸੋ ਰਿਟਾਇਰਡ ਜਾਂ ਸੈਲਫ ਇੰਪਲੋਇਡ ਲੋਕਾਂ ਦੇ ਲਈ ਵੀ ਤੁਹਾਨੂੰ ਲੱਗਦਾ ਹੈ ਕਿ ਇਹ ਪ੍ਰੋਫੈਸ਼ਨ ਅੱਛਾ? ਬਹੁਤ ਵਧੀਆ ਜੀ, ਬਿਲਕੁਲ ਬਹੁਤ ਵਧੀਆ ਕੁਐਸਚਨ ਆ। ਕਈ ਮੇਰੇ ਦੋਸਤ ਨੇ ਜਿਹੜੇ ਰੀਅਲ ਏਸਟੇਟ ਸਿਰਫ ਪੂਰੇ ਸਾਲ 'ਚ 5 ਘਰ ਵੇਚ ਕੇ ਜਾਂ 10 ਘਰ ਵੇਚ ਕੇ ਵੀ ਖੁਸ਼ ਨੇ। ਅਤੇ ਮੈਂ ਐਸੇ ਦੋਸਤਾਂ ਨੂੰ ਵੀ ਜਾਣਦਾ ਜਿਹੜੇ ਕਹਿੰਦੇ ਵੀ ਜੇ ਅਸੀਂ 100 ਘਰ ਵੀ ਵੇਚਦੇ ਹਾਂ ਤਾਂ ਅਸੀਂ ਕੁਛ ਕੀਤਾ ਨਹੀਂ ਹੈਗਾ। ਸੋ ਇਹ ਤਾਂ ਆਪਣੀ ਆਪਣੀ ਭੁੱਖ ਹੈਗੀ ਆ, ਮੈਂ ਤਾਂ ਇਹ ਕਹਾਂਗਾ। ਪਰ ਜੇ ਹਾਂ, ਜਿਵੇਂ ਤੁਸੀਂ ਰਿਟਾਇਰਡ ਬੰਦਿਆਂ ਦੀ ਗੱਲ ਕਰ ਰਹੇ ਹੋ, ਜਾਂ ਇਹ ਤੁਹਾਡਾ ਅਗਰ ਸ਼ੌਕ ਹੈਗਾ, ਦੇਖੋ ਅਗਰ ਕੰਮ ਨੂੰ ਅਗਰ ਤੁਸੀਂ ਸ਼ੌਕ ਦੀ ਤਰ੍ਹਾਂ ਕਰਦੇ ਹੋ ਤਾਂ ਤੁਹਾਨੂੰ ਕੰਮ ਕਦੀ ਲੱਗਦਾ ਹੀ ਨਹੀਂ ਹੈਗਾ। ਹੁਣ ਜਿਵੇਂ ਮੈਨੂੰ ਇੰਨਾ ਪੈਸ਼ਨ ਹੈ ਰੀਅਲ ਏਸਟੇਟ ਦਾ, ਅਤੇ ਮੈਨੂੰ ਮੇਰੇ ਪਰਿਵਾਰ ਵਾਲੇ ਕਈ ਵਾਰ ਪੁੱਛਦੇ ਕਿ ਛੁੱਟੀ ਕਿਸ ਦਿਨ ਕਰਦਾ, ਜਾਂ ਤਾਂ ਜਿਵੇਂ ਅਸੀਂ ਘਰ ਨਹੀਂ ਕਦੇ ਦੇਖਦੇ, ਜਾਂ ਕਿਉਂਕਿ ਮੈਨੂੰ ਲੱਗਦਾ ਨਹੀਂ ਕਿ ਮੈਂ ਕੋਈ ਕੰਮ ਕਰ ਰਿਹਾ। ਐਵਰੀ ਡੇ ਦੋਸਤਾਂ ਮਿੱਤਰਾਂ ਨੂੰ ਮਿਲਣਾ, ਲੋਕਾਂ 'ਚ ਵਿਚਰਨਾ, ਇਹੀ ਸਾਡੀ ਜੋਬ ਹੈਗੀ ਔਰ ਇਹਨੂੰ ਇੰਜੋਏ ਕਰੀਦਾ। ਸੋ ਅਗਰ ਤੁਸੀਂ ਈਵਨ ਪਾਰਟ ਟਾਈਮਰ ਵੀ ਹੈਗੇ ਹੋ, ਇੰਜੋਏ ਇਟ, ਆਪਣੇ ਗੋਲ ਸੈੱਟ ਕਰੋ। ਮੈਂ ਅਕਸਰ ਆਪਣੇ ਦੋਸਤਾਂ ਨੂੰ ਐਜੂਕੇਟ ਕਰਦਾ ਕਿ ਆਪਣੇ ਗੋਲਸ ਨੂੰ ਲਿਖੋ, ਆਪਣੇ ਵਿਜ਼ਨ ਬੋਰਡ ਬਣਾਓ, ਦੀਵਾਰ ਦੇ ਉੱਤੇ ਲਗਾਓ ਕਿ ਤੁਸੀਂ ਕੀ ਅਚੀਵ ਕਰਨਾ ਚਾਹੁੰਦੇ ਹੋ।
ਤੇ ਫਿਰ ਦੇਖੋ ਤੁਹਾਡੀ ਲਾਈਫ ਚੇਂਜ ਹੋ ਜਾਏਗੀ। ਜੀ। ਤੇ ਨੈਬ ਜੀ, ਇਮੀਗ੍ਰੇਸ਼ਨ ਦਾ ਬਹੁਤ ਵੱਡਾ ਇੰਪੈਕਟ ਸੀਗਾ। ਤੁਹਾਨੂੰ ਲੱਗਦਾ ਹੈ ਕਿ ਗਵਰਨਮੈਂਟ ਦੀਆਂ ਪਾਲਿਸੀਜ਼ ਉਹੋ ਜਿਹੀਆਂ ਹੈਗੀਆਂ ਨੇ ਕਿ ਜਿੰਨੇ ਲੋਕ ਮਾਈਗ੍ਰੇਟ ਹੋਏ ਨੇ ਕੈਨੇਡਾ ਦੇ ਵਿੱਚ, ਉਨ੍ਹਾਂ ਦੇ ਲਈ ਐਫੋਰਡੇਬਲ ਹਾਊਸਿੰਗ ਇੱਥੇ ਉਪਲਬਧ ਹੈ, ਜਾਂ ਕੁਝ ਹੋਰ ਐਫਰਟਸ ਗਵਰਨਮੈਂਟ ਨੂੰ ਕਰਨੇ ਚਾਹੀਦੇ ਨੇ? ਵੈਰੀ ਗੁੱਡ ਕੁਐਸਚਨ। ਆਈ ਥਿੰਕ ਜਿੱਥੋਂ ਤੱਕ ਇਮੀਗ੍ਰੇਸ਼ਨ ਦਾ ਸਵਾਲ ਹੈ ਜੀ, ਮੈਂ ਇਮੀਗ੍ਰੇਸ਼ਨ ਪਾਲਿਸੀ 'ਤੇ ਕੋਈ ਕਮੈਂਟ ਨਾ ਕਰਦਾ ਹੋਇਆ ਇਹੀ ਕਹਾਂਗਾ ਕਿ ਹਰ ਮੁਲਕ ਦੇ ਹਰ ਇਨਸਾਨ ਨੂੰ, ਜਾਂ ਈਵਨ ਇੰਡੀਆ 'ਚ ਆਪਣੇ ਬੈਠੇ ਭੈਣ ਭਰਾ, ਹਰ ਇਨਸਾਨ ਨੂੰ ਕਹਿੰਦੇ ਹੁੰਦੇ ਆ ਕਿ ਵੀ ਨਾਰਥ ਅਮਰੀਕਾ ਦਾ ਜਾਂ ਕੈਨੇਡਾ ਦਾ ਜਿਹੜਾ ਡ੍ਰੀਮ ਹੈਗਾ ਉਹ ਦੇਖਣ ਦਾ ਹੱਕ ਹੈਗਾ। ਔਰ ਉਹਦੇ ਵਿੱਚ ਕੋਈ ਬੁਰਾਈ ਨਹੀਂ ਕਿ ਅਗਰ ਅੱਜ ਸਾਡੇ ਪਰਿਵਾਰ ਫੈਮਲੀਆਂ ਇੱਥੇ ਆ ਰਹੇ ਨੇ, ਬੱਚੇ ਆ ਰਹੇ ਨੇ, ਇੰਨੇ ਸਟੂਡੈਂਟਸ ਆ ਰਹੇ ਨੇ, ਹਰ ਇਨਸਾਨ ਨੂੰ ਇਹ ਨਾਰਥ ਅਮਰੀਕਨ ਡ੍ਰੀਮ ਦੇਖਣ ਦਾ ਇੱਕ ਹੱਕ ਹੈਗਾ ਔਰ ਉਹਨਾਂ ਨੂੰ ਪੂਰਾ ਵੀ ਕਰਨਾ ਚਾਹੀਦਾ ਹੈ। ਜਿੱਥੋਂ ਤੱਕ ਹਾਊਸਿੰਗ ਦਾ ਸਵਾਲ ਆ ਗਿਆ ਦੂਜੀ ਸਾਈਡ 'ਤੇ, ਇਹ ਇੱਥੇ ਆਈ ਥਿੰਕ ਗਵਰਨਮੈਂਟ ਹੈਜ਼ ਅ ਬਿਗ ਰੋਲ ਟੂ ਪਲੇ। ਸਾਨੂੰ ਜ਼ਿਆਦਾ ਜਿਹੜੀ ਲੈਂਡ ਹੈਗੀ ਆ ਹੋਰ ਡਿਵੈਲਪਮੈਂਟ ਲਈ ਮਿਲਣੀ ਚਾਹੀਦੀ ਆ। BC ਦੇ ਵਿੱਚ ਜਾਂ ਕੈਨੇਡਾ 'ਚ ਸਾਨੂੰ ਲੈਂਡ ਦੀ ਕਮੀ ਨਹੀਂ ਹੈਗੀ। ਅਕਸਰ ਡਿਵੈਲਪਰਸ ਇਹੀ ਕੰਪਲੇਂਟ ਕਰਦੇ ਆ ਕਿ ਵੀ ਸਾਨੂੰ ਜਿਹੜੀ ਲੈਂਡ ਆ ਹੋਰ ਡਿਵੈਲਪ ਕਰਨ ਦੀ ਪਰਮਿਸ਼ਨ ਮਿਲੇ, ਅਲੱਗ-ਅਲੱਗ ਤਰ੍ਹਾਂ ਦੇ ਅਫੋਰਡੇਬਲ ਹਾਊਸਿਸ ਬਣਾਉਣ ਦੀ। ਸੋ ਆਈ ਥਿੰਕ ਅਫੋਰਡੇਬਿਲਟੀ ਆਲਵੇਜ਼ ਇੱਕ ਕੁਐਸਚਨ ਰਹੇਗੀ, ਪਰ ਜਿਹੜੇ ਲੋਕ ਸਾਡੇ ਤੋਂ 20 ਸਾਲ 40 ਸਾਲ ਪਹਿਲਾਂ ਕੈਨੇਡਾ 'ਚ ਆਏ ਆ ਉਹ ਅਕਸਰ ਸਾਨੂੰ ਪੁੱਛਦੇ, ਉਹ ਕਹਿੰਦੇ ਤੁਹਾਨੂੰ ਤਾਂ ਪਤਾ ਵੀ ਨਹੀਂ ਹੈ ਕਿ ਸਾਨੂੰ ਪਰ ਡਾਲਰ ਵੇਜ ਕਿੰਨਾ ਮਿਲਦਾ ਹੁੰਦਾ ਸੀ। ਸਾਨੂੰ ਤਾਂ $4 $2 ਮਿਲਦੇ ਸੀ ਘੰਟੇ ਦੇ। ਸੋ ਅੱਜ ਦੇਖਿਆ ਜਾਵੇ ਉਹਨੂੰ ਮੈਚ ਕਰਨ ਲਈ ਇਨਕਮ ਵੀ ਕਾਫੀ ਹੱਦ ਤੱਕ ਲੋਕਾਂ ਦੀ ਇੰਪਰੂਵ ਹੋਈ ਆ। ਸੋ ਆਈ ਥਿੰਕ ਇਟਸ ਅ ਵੈਰੀ ਡਿਬੇਟੇਬਲ ਟੋਪਿਕ, ਬਟ ਮੈਂ ਕਹਾਂਗਾ ਕਿ ਜ਼ਰੂਰ ਸਾਨੂੰ ਹੋਰ ਅਫੋਰਡੇਬਲ ਹੋਮਸ ਲਈ ਲੈਂਡ ਡਿਵੈਲਪ ਹੋਣੀ ਜ਼ਰੂਰੀ ਹੈਗੀ ਆ, ਇੰਨੀ ਚਾਹੀਦੀ ਜੀ। ਤੇ ਇਹਦੇ ਵਿੱਚ ਇਸ ਪ੍ਰੋਫੈਸ਼ਨ ਦੇ ਵਿੱਚ ਕੁਝ ਤੁਹਾਨੂੰ ਲੱਗਦਾ ਹੈ ਜੀ ਕਿ ਕੁਝ ਕੀ ਕੰਪਨੀਜ਼ ਨੇ, ਜਾਂ ਬੜਾ ਵਾਈਡ ਸਕੋਪ ਹੈ ਜੀ ਇਹਦੇ ਵਿੱਚ? ਕਈ ਵਾਰੀ ਮੋਨੋਪਲੀ ਹੁੰਦੀ ਹੈ ਕੁਝ ਕੰਪਨੀਜ਼ ਦੀ ਜਾਂ ਕੁਝ ਕੰਟਰੀਜ਼ ਦੀ ਕਿ ਇਸ ਬਿਜ਼ਨਸ ਦੇ ਵਿੱਚ ਤਾਂ ਜੀ ਫਲਾਣੇ ਬੰਦੇ ਹੀ ਬੜੇ ਕਾਮਯਾਬ ਨੇ ਤੇ ਅਸੀਂ ਤਾਂ ਇਸੇ ਲੈਵਲ ਤੱਕ ਆ। ਕੁਝ ਇੱਦਾਂ ਦਾ ਵੀ ਟ੍ਰੈਂਡ ਹੈ ਜੀ? ਨਹੀਂ ਜੀ, ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਇਹਦੇ ਵਿੱਚ ਕਿਸੇ ਕੰਪਨੀ ਦਾ ਕੋਈ ਰੋਲ ਨਹੀਂ। ਮੈਂ ਤਾਂ ਇਹੀ ਕਹਿੰਦਾ ਹੁੰਦਾ ਕਿ ਕਹਿੰਦੇ ਹੁੰਦੇ ਕਿ ਤੁਹਾਡੇ ਜਿਹੜੇ ਦੋਨਾਂ ਕੰਨਾਂ ਦੇ ਵਿਚਕਾਰਲੇ ਤੁਹਾਡੇ ਜਿਹੜੇ 6 ਇੰਚ ਆ, ਜਿਹੜਾ ਤੁਹਾਡਾ ਮਾਈਂਡਸੈਟ ਆ, ਜੋ ਤੁਹਾਡਾ ਬ੍ਰੇਨ ਆ, ਉਹੀ ਤੁਹਾਨੂੰ ਕਾਮਯਾਬੀ ਦੀ ਰਾਹ 'ਤੇ ਪਾ ਸਕਦਾ ਹੈ। ਅਤੇ ਦੂਜਾ ਸਭ ਤੋਂ ਵੱਡਾ ਜਿਹੜਾ ਮੈਂ ਇੰਪੈਕਟ ਮੰਨਦਾ ਹੈਗਾ ਕਿ ਤੁਸੀਂ ਕਿਹੋ ਜਿਹੀ ਐਸੋਸੀਏਸ਼ਨ 'ਚੋਂ, ਕਿਹੋ ਜਿਹੀ ਸੰਗਤ ਹੈਗੀ ਆ ਤੁਹਾਡੇ ਆਸ-ਪਾਸ, ਤੁਹਾਡੇ 4 ਜਾਂ 5 ਕਿਹੜੇ ਦੋਸਤ ਨੇ ਜਿਹੜੇ ਤੁਹਾਨੂੰ ਅਪਲਿਫਟ ਕਰ ਰਹੇ ਨੇ ਜਾਂ ਤੁਹਾਨੂੰ ਪੁਸ਼ ਕਰ ਰਹੇ ਨੇ, ਤੁਹਾਨੂੰ ਪੁਸ਼ ਅਵੇ ਕਰ ਰਹੇ ਨੇ ਬਿਜ਼ਨਸ ਦੇ ਵਿੱਚ। ਸੋ ਮੇਰੀ ਐਡਵਾਈਸ ਤਾਂ ਇਹ ਹੈਗੀ ਆ ਕਿ ਵੀ ਅਗਰ ਤੁਹਾਡਾ ਰਾਈਟ ਮਾਈਂਡਸੈਟ ਹੈਗਾ, ਤੁਹਾਨੂੰ ਆਪਣੇ ਗੋਲਸ ਕਲੀਅਰ ਹੈਗੇ ਆ, ਤੁਸੀਂ ਹਾਰਡ ਵਰਕਿੰਗ ਹੋ, ਮਿਹਨਤ ਕਰਨਾ ਜਾਣਦੇ ਹੋ, ਅਤੇ ਸਕਾਈ ਇਜ਼ ਦ ਲਿਮਿਟ। ਐਨੀਬਡੀ ਕੈਨ ਸਕਸੀਡ। ਇਹ ਕਿਸੇ ਇਹ ਨਹੀਂ ਹੈਗਾ ਕਿ ਕੋਈ ਖਾਸ ਵਰਗ ਦੇ ਜਾਂ ਖਾਸ ਕੰਪਨੀ ਦੇ ਲੋਕ ਹੀ ਕਾਮਯਾਬ ਹੋ ਸਕਦੇ ਆ ਜੀ। ਤੇ ਨੈਬ ਜੀ, ਇੱਕ ਸਵਾਲ ਹੋਰ ਅਕਸਰ ਜਿਹੜਾ ਮੈਂ ਪਹਿਲਾ ਸਵਾਲ ਸੀ ਮੇਰਾ ਇਹ, ਵੈਸੇ ਉਹਦੇ ਨਾਲ ਰਿਲੇਟਡ ਹੀ ਹੈ। ਹਾਂਜੀ। ਫਾਈਨਲ ਜਿਹੜਾ ਟ੍ਰੈਂਡ ਹੈ, ਇਹ ਇਸ ਵੇਲੇ ਅਸੀਂ ਮੰਨ ਲੈਂਦੇ ਹਾਂ ਕਿ 15 ਤੋਂ 20% ਡਾਊਨ ਹੋ ਗਏ ਆ ਪ੍ਰੋਪਰਟੀ ਦੇ ਰੇਟ। ਫਾਈਨਲ ਟ੍ਰੈਂਡ ਜਿਹੜਾ ਆ ਉਹ ਕਦੋਂ ਇਮੀਨੈਂਟ ਹੋਊਗਾ ਬਈ ਇਹ ਤਾਂ ਫਾਈਨਲ ਹੈ, ਇਸ ਤੋਂ ਬਾਅਦ ਹੋਰ ਨਹੀਂ ਘਟਦੇ? ਹਾਂ, ਵੈਰੀ ਗੁੱਡ ਕੁਐਸਚਨ ਜੀ। ਹਰ ਇਨਸਾਨ ਇਹੀ ਜਾਣਨਾ ਚਾਹੁੰਦਾ ਰੀਅਲ ਸਟੇਟ ਏਜੰਟ ਤੋਂ ਕਿ ਮਾਰਕੀਟ ਰੌਕ ਬਾਟਮ 'ਤੇ ਕਦੋਂ ਪਹੁੰਚ ਜਾਏਗੀ, ਜਿਹੜਾ ਤੁਸੀਂ ਫਾਈਨਲ ਟ੍ਰੈਂਡ ਜਿਹਨੂੰ ਕਹਿ ਰਹੇ ਹੋ। ਸੋ ਇਹ ਕਿਸੇ ਦੇ ਕੋਲ ਆਈ ਥਿੰਕ ਕੋਈ ਕ੍ਰਿਸਟਲ ਬਾਲ ਨਹੀਂ ਹੈਗਾ ਇਸ ਚੀਜ਼ ਨੂੰ ਦੇਖਣ ਦਾ ਕਿ ਕਦੋਂ ਉਹ ਰੌਕ ਬਾਟਮ ਆ ਗਿਆ। ਪਰ ਹਾਂ, ਇੱਕ ਆਈ ਥਿੰਕ ਇਨਫੋਰਮਡ ਡਿਸੀਜ਼ਨ ਜਿਹਨੂੰ ਅਸੀਂ ਕਹਿੰਦੇ ਹਾਂ, ਅਸੀਂ ਐਜੂਕੇਟਿਡ ਡਿਸੀਜ਼ਨ ਬਣਾ ਸਕਦੇ ਹਾਂ। ਇਹ ਇਸ ਬੇਸ 'ਤੇ ਬਣ ਸਕਦਾ ਹੈ, ਜਿਵੇਂ ਬੈਂਕ ਆਫ ਕੈਨੇਡਾ ਦੇ ਜਿਹੜੇ ਰੇਟ ਆਫ ਇੰਟਰਸਟ ਹਾਈਕਸ ਚੱਲ ਰਹੇ ਨੇ, ਆਈ ਥਿੰਕ 1 ਮਾਰਚ ਦੇ ਵਿੱਚ ਇੱਕ ਵਾਰੀ ਫਿਰ ਇੰਟਰਸਟ ਰੇਟ ਥੋੜ੍ਹਾ ਜਿਹਾ ਚੇਂਜ ਹੋਣਾ। ਐਕਸਪਰਟਸ ਇਹ ਕਹਿ ਰਹੇ ਨੇ ਜਿਹੜੇ ਫਾਈਨੈਂਸ਼ੀਅਲ ਇੰਡਸਟਰੀ ਦੇ ਵੀ ਨੇ ਕਿ ਵੀ 2nd ਕੁਆਟਰ ਔਰ 3rd ਕੁਆਟਰ ਤੋਂ ਬਾਅਦ ਇਸ ਸਾਲ ਜਿਹੜੇ ਰੇਟ ਹਾਈਕ ਬੰਦ ਹੋ ਜਾਣੇ ਔਰ ਰੇਟ ਸਟੇਬਲ ਹੋ ਜਾਣੇ, ਅਤੇ ਅਗਲੇ ਸਾਲ ਤੱਕ ਹੋ ਸਕਦਾ ਰੇਟ ਆਫ ਇੰਟਰਸਟ ਘਟਣੇ ਵੀ ਸ਼ੁਰੂ ਹੋ ਜਾਣ। ਸੋ ਦੈਟ ਮੀਨਸ ਇਸ ਸਾਲ ਦੇ ਮੱਧ ਦੇ ਵਿੱਚ ਆਪਾਂ ਦੇਖਿਆ ਜਾਵੇ ਕਿਸੇ ਪੁਆਇੰਟ ਦੇ ਉੱਤੇ ਅਸੀਂ ਉਹ ਪੁਆਇੰਟ ਇਮੈਜਿਨ ਕਰ ਸਕਦੇ ਹੋ ਜਿਹੜਾ ਤੁਸੀਂ ਜਾਣਨਾ ਚਾਹ ਰਹੇ ਹੋ ਕਿ ਵੀ ਮਾਰਕੀਟ ਰੌਕ ਬਾਟਮ 'ਤੇ ਹੈਗੀ ਆ। ਮੈਂ ਇਸ ਟਾਈਮ ਵੀ ਇਹੀ ਕਹਾਂਗਾ ਕਿ ਜਿਵੇਂ ਤੁਸੀਂ 15 ਤੋਂ 20% ਬੋਲਿਆ, ਵੈਸੇ ਇਸ ਤੋਂ ਵੀ ਜ਼ਿਆਦਾ ਕਈ ਮਾਰਕੀਟਸ ਦੇ ਵਿੱਚ ਸਾਨੂੰ ਪ੍ਰਾਈਸਿਸ ਗਿਰੇ ਦਿਖੇ ਨੇ, ਅਪ ਟੂ 25% ਵੀ ਦਿਖੇ ਨੇ।
ਸੋ ਮੈਂ ਕਹਾਂਗਾ ਕਿ ਐਨੀ ਟਾਈਮ ਇਜ਼ ਗੁੱਡ ਟਾਈਮ ਟੂ ਬਾਏ। ਇਫ ਯੂ ਬਾਏ ਟੁਡੇ ਯੂ ਵਿਲ ਸਟਿਲ ਬੈਨੀਫਿਟ ਪ੍ਰੋਵਾਈਡਡ ਯੂ ਲੌਂਗ ਟਰਮ ਹੋਲਡ ਇਟ। ਪ੍ਰੋਪਰਟੀਜ਼ ਨੂੰ ਹੋਲਡ ਕਰੋ ਤੁਸੀਂ ਲੌਂਗ ਟਰਮ ਲਈ। ਜੀ, ਤੇ ਲਾਸਟ ਦੇ ਵਿੱਚ ਜਿਹੜਾ ਤੁਹਾਡਾ ਸ਼ੌਂਕ ਹੈ ਲੋਕਾਂ ਨੂੰ ਪ੍ਰਮੋਟ ਕਰਨਾ ਕਿ ਭਾਈ ਤੁਸੀਂ ਰੀਅਲ ਏਸਟੇਟ ਦੇ ਵਿੱਚ ਜ਼ਰੂਰ ਆਓ। ਅਕਸਰ ਜਿਹੜਾ ਤੁਸੀਂ ਮੈਂ ਦੇਖਿਆ ਕਿ ਬਹੁਤ ਸੋਸ਼ਲ ਹੋ ਤੁਸੀਂ ਦੱਸਿਆ ਜਿਸ ਤਰੀਕੇ ਨਾਲ, ਜਿਹੜੇ ਨਵੇਂ ਲੋਕ ਰੀਅਲ ਏਸਟੇਟ ਦੇ ਵਿੱਚ ਆਉਣਾ ਚਾਹ ਰਹੇ ਨੇ ਬੜੇ ਇਸ ਵੇਲੇ ਸਹਿਮ ਦੇ ਵਿੱਚ ਵੀ ਨੇ। ਜਿਹੜੇ ਇਸ ਬਿਜ਼ਨਸ 'ਚ ਨੇ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਅਸੀਂ ਕੋਈ ਹੋਰ ਸਰਵਿਸ ਇੰਡਸਟਰੀ ਨਾਲ ਲੱਭ ਲਈਏ ਕਿ 3-4 ਸਾਲ ਤਾਂ ਸ਼ਾਇਦ ਰੀਅਲ ਏਸਟੇਟ ਬਹੁਤ ਡਾਊਨ ਰਹੇਗਾ। ਪਰ ਜਿਹੜੇ ਲੋਕ ਨਵੇਂ ਐਂਟਰੀ ਕਰਨਾ ਚਾਹੁੰਦੇ ਨੇ, ਇਜ਼ ਇਟ ਰਾਈਟ ਟਾਈਮ ਫॉर them ਟੂ ਗੈਟ ਦ ਲਾਇਸੈਂਸ, ਜਾਂ ਉਹ ਹਜੇ ਵੇਟ ਕਰ ਲੈਣ ਜੀ ਕੋਈ ਹੋਰ ਪ੍ਰੋਫੈਸ਼ਨ ਕਰਨ ਹਜੇ? ਨਹੀਂ ਜੀ, ਐਬਸੋਲੂਟਲੀ ਰਾਈਟ ਟਾਈਮ ਹੈਗਾ ਆ। ਕਹਿੰਦੇ ਹੁੰਦੇ ਕਿ ਦੇਰ ਇਜ਼ ਨੋ ਫ੍ਰੀ ਲੰਚ। ਕਿਸੇ ਵੀ ਕੰਮ ਦੇ ਵਿੱਚ ਐਸਾ ਕੁਝ ਨਹੀਂ ਹੈਗਾ ਕਿ ਤੁਹਾਨੂੰ ਥਾਲੀ ਦੇ ਵਿੱਚ ਰੱਖ ਕੇ ਕੁਝ ਨਹੀਂ ਮਿਲਣਾ। ਸੋ ਤੁਸੀਂ ਮਿਹਨਤ ਕਰੋ, ਆਪਣੇ ਹੱਕ ਦੀ ਕਮਾਓ, ਔਰ ਜਦੋਂ ਤੁਸੀਂ ਮਿਹਨਤ ਕਰਨੀ ਹੈਗੀ ਆ ਤੇ ਤੁਹਾਡੇ ਤੇ ਵਾਹਿਗੁਰੂ ਨੇ ਵੀ ਕਿਰਪਾ ਕਰਨੀ ਆ। ਤੁਹਾਨੂੰ ਆਪਣੇ ਆਪ ਮਹਿਸੂਸ ਹੋਣਾ ਕਿ ਤੁਹਾਡੀ ਲਾਈਫ ਚੇਂਜ ਹੋ ਰਹੀ ਹੈਗੀ ਆ। ਆਪਣੇ ਆਪ ਨੂੰ ਇਮਰਸ ਕਰੋ ਪੂਰਾ, ਮਤਲਬ ਦਿਲੋਂ ਕਰੋ ਕੰਮ ਨੂੰ। ਅਗਰ ਤੁਸੀਂ ਮਿਹਨਤ ਨਾਲ ਦਿਲੋਂ ਕੰਮ ਕਰਦੇ ਹੋ ਤੇ ਕਾਮਯਾਬੀ ਜ਼ਰੂਰ ਮਿਲਦੀ ਹੈਗੀ ਆ। ਸਾਹਮਣੇ ਵਾਲੇ ਲੋਕ ਤੁਹਾਨੂੰ ਸਮਝਦੇ ਨੇ, ਲੋਕ ਜਾਣਦੇ ਨੇ, ਦੇਖਦੇ ਨੇ। ਹੁਣ ਜਿਵੇਂ ਮੈਂ ਐਗਜ਼ਾਮਪਲ ਲੈਣਾ ਕਿ ਅੱਜ ਕੱਲ੍ਹ ਇੱਥੇ ਸਨੋ ਦਾ ਵੈਦਰ ਸ਼ੁਰੂ ਹੋ ਗਿਆ ਦੁਬਾਰਾ, ਤੁਹਾਡੇ ਵੀ ਕਾਫੀ ਸਨੋ ਸਟੋਰਮ ਆਏ ਨੇ, ਤੇ ਇਹੋ ਜਿਹੇ ਵੈਦਰ ਦੇ ਵਿੱਚ ਵੀ ਕਾਫੀ ਸਾਡੇ ਰੀਅਲਟਰ ਭਰਾ ਫੈਮਲੀਜ਼ ਨੂੰ ਮਿਲ ਰਹੇ ਆ, ਡੋਰ ਨੌਕ ਕਰ ਰਹੇ ਆ, ਘਰ ਘਰ ਜਾ ਕੇ ਉਹਨਾਂ ਨੂੰ ਮਤਲਬ ਰੀਅਲ ਸਟੇਟ ਬਾਰੇ ਆਪਣੇ ਆਪ ਨੂੰ ਇੰਟਰੋਡਿਊਸ ਕਰ ਰਹੇ ਆ। ਤੇ ਤੁਸੀਂ ਦੇਖੋ ਜੇ ਉਹ ਇੰਨੀ ਮਿਹਨਤ ਕਰ ਰਹੇ ਆ ਕਿ ਸਨੋ ਦੇ ਵੈਦਰ 'ਚ ਵੀ ਆਪਣੇ ਘਰ ਨਹੀਂ ਬੈਠੇ ਉਹ ਨਿੱਘ 'ਚ, ਤੇ ਉਹਨਾਂ ਨੇ ਜ਼ਰੂਰ ਕਾਮਯਾਬ ਹੋਣਾ ਹੈ। ਤੇ ਮੇਰਾ ਇਹੀ ਸਟਰੋਂਗਲੀ ਬਲੀਵ ਹੈਗਾ ਕਿ ਵੀ ਤੁਸੀਂ ਹਿੰਮਤੀ ਹੋ, ਰੀਅਲ ਸਟੇਟ ਲਾਇਸੈਂਸ ਲਓ ਤੇ ਬੈਸਟ ਕੰਪਨੀ ਚੂਜ਼ ਕਰੋ ਕੰਮ ਕਰਨ ਲਈ, ਤੇ ਮੇਕ ਸ਼ੋਰ ਰਾਈਟ ਐਸੋਸੀਏਸ਼ਨ ਦੇ ਵਿੱਚ ਰਹੋ। ਉਹ ਲੋਕਾਂ ਨਾਲ ਕੰਮ ਕਰੋ ਜਿਹੜੇ ਤੁਹਾਨੂੰ ਹਮੇਸ਼ਾ ਅਪਲਿਫਟ ਕਰਨ, ਤੁਹਾਡਾ ਹੌਸਲਾ ਵਧਾਉਣ, ਤੁਹਾਨੂੰ ਮਤਲਬ ਉਹ ਤੁਹਾਡੇ ਹੌਸਲੇ ਨੂੰ ਗਿਰਾਉਣ ਨਾ ਕਦੇ ਵੀ। ਜੀ, ਸੋ ਨੈਬ ਜੀ ਤੁਹਾਡੇ ਵੀ ਹੌਸਲੇ ਨੂੰ ਸਲਾਮ ਹੈ, ਕਿਉਂਕਿ ਬਾਹਰ ਸਟੂਡੀਓ ਦੇ ਬਾਹਰ ਇਸ ਵੇਲੇ ਵੀ ਸਨੋ ਪੈ ਰਹੀ ਹੈ। ਸ਼ਾਇਦ ਤੁਹਾਡੇ ਵਾਲੇ ਪਾਸੇ ਵੀ ਸਨੋ ਸਟੋਰਮ ਹੀ ਹੈ ਇਸ ਵੇਲੇ। ਹਾਂਜੀ ਹਾਂਜੀ। ਤੇ ਪਹਿਲਾਂ ਤਾਂ ਤੁਹਾਡੇ ਬੁਲੰਦ ਹੌਸਲੇ ਨੂੰ ਸਲਾਮ ਹੈ ਜੀ, ਜਿਨ੍ਹਾਂ ਨੇ ਸਮਾਂ ਕੱਢਿਆ ਸਾਡੇ ਦਰਸ਼ਕਾਂ ਨੂੰ ਗਾਈਡ ਕਰਨ ਲਈ ਤੇ ਉਹਨਾਂ ਉੱਭਰਦੇ ਸਿਤਾਰਿਆਂ ਨੂੰ ਗਾਈਡ ਕਰਨ ਲਈ ਜਿਹੜੇ ਰੀਅਲ ਏਸਟੇਟ ਦੇ ਵਿੱਚ ਸੱਚਮੁੱਚ ਚਮਕਣਾ ਚਾਹੁੰਦੇ ਨੇ। ਸੋ ਬਹੁਤ ਬਹੁਤ ਧੰਨਵਾਦ ਨਵ ਜੀ। ਪਰ ਜਾਂਦੇ ਜਾਂਦੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਆਪਣਾ ਕੋਈ ਕੰਟੈਕਟ ਪੁਆਇੰਟ ਦੱਸ ਜਾਓ ਕਿ ਜੇ ਕਿਸੇ ਨੇ ਰੀਅਲ ਏਸਟੇਟ ਬਿਜ਼ਨਸ ਦੇ ਵਿੱਚ ਆਉਣਾ ਹੈ ਤੇ ਤੁਹਾਡੀ ਗਾਈਡੈਂਸ ਲੈਣੀ ਹੈ, ਕਿੱਥੇ ਤੁਹਾਨੂੰ ਕੰਟੈਕਟ ਕਰੇ, ਜਾਂ ਜਿਹਨੇ ਰੀਅਲ ਏਸਟੇਟ ਦੇ ਵਿੱਚ ਜਾਂ ਕੋਈ ਘਰ ਖਰੀਦਣਾ ਆ ਉਹ ਤੁਹਾਨੂੰ ਕਿੱਥੇ ਕੰਟੈਕਟ ਕਰੇ, ਆਪਣਾ ਫ਼ੋਨ ਨੰਬਰ ਜਾਂ ਈਮੇਲ ਜੋ ਤੁਸੀਂ ਦੇਣਾ ਚਾਹੋ ਪਲੀਜ਼ ਦੱਸਿਓ। ਜ਼ਰੂਰ ਜੀ, ਥੈਂਕ ਯੂ ਫॉर ਕਾਈਂਡ ਵਰਡਸ। ਤੁਸੀਂ ਬਹੁਤ ਮੇਰਾ ਹੌਸਲਾ ਵਧਾਇਆ ਖੁਦ ਵੀ ਇਹ ਗੱਲਾਂ ਕਰਕੇ। ਜੇ ਕਿਸੇ ਨੇ ਰੀਅਲ ਸਟੇਟ ਰਿਲੇਟਡ ਜਾਂ ਰੀਅਲ ਸਟੇਟ ਕਰੀਅਰ ਚਾਹੁੰਣਾ ਚਾਹੁੰਦੇ ਜਾਂ ਕੋਈ ਹੈਲਪ ਚਾਹੀਦੀ ਹੈ ਤਾਂ ਮੈਨੂੰ 604 700 8568 ਤੇ ਕੰਟੈਕਟ ਕਰ ਸਕਦੇ ਹੋ, 604 700 8568, ਜਾਂ ਫਿਰ navtejkhela@gmail ਦੇ ਉੱਤੇ ਈਮੇਲ ਵੀ ਡ੍ਰੌਪ ਕਰ ਸਕਦੇ ਹੋ। ਤੇ ਅਗੇਨ ਜਿਵੇਂ ਭਾਜੀ ਨੇ ਪਹਿਲਾਂ ਵੀ ਰਵਿੰਦਰ ਜੀ ਨੇ ਪੁੱਛਿਆ ਹੈਗਾ ਕਿ ਨਵੇਂ ਰੀਅਲਟਰਸ ਲਈ ਇਹ ਟਾਈਮ ਹੈ ਕਿ ਨਹੀਂ ਹੈ, ਬਿਲਕੁਲ ਹੈ। ਮੈਂ ਤਾਂ ਇਹ ਕਹਾਂਗਾ ਕਿ ਜਦੋਂ ਮਾਰਕੀਟ ਦੇ ਵਿੱਚ ਜਦੋਂ ਮਾਰਕੀਟ ਸਲੋ ਆਉਂਦੀ ਹੈਗੀ ਆ, ਸਾਨੂੰ ਰੀਅਲਟਰਸ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਇਸ ਟਾਈਮ ਦੇ ਵਿੱਚ ਅਸੀਂ ਵੱਧ ਤੋਂ ਵੱਧ ਲਰਨ ਕਰੀਏ, ਵੱਧ ਤੋਂ ਵੱਧ ਆਪਣੇ ਟੂਲ ਡਿਵੈਲਪ ਕਰੀਏ, ਵੱਧ ਤੋਂ ਵੱਧ ਸਿੱਖੀਏ, ਤਾਂ ਕਿ ਜਦੋਂ ਮਾਰਕੀਟ ਥੋੜ੍ਹੀ ਤੇਜ਼ ਹੋਵੇ ਅਸੀਂ ਕੰਮ ਕਰਨ ਲਈ ਬਿਲਕੁਲ ਤਿਆਰ ਹੋਈਏ, ਸਾਡਾ ਟੂਲ ਕਿਟ ਰੈਡੀ ਹੋਣਾ ਚਾਹੀਦਾ ਹੈ। ਸੋ ਮੈਂ ਸਭ ਨੂੰ ਬਹੁਤ ਬਹੁਤ ਜੀ ਮਾਫੀ। ਠੀਕ ਹੈ ਜੀ, ਮੈਂ ਇਹੀ ਕਹਿਣਾ ਚਾਹੁੰਦਾ ਸੀਗਾ। ਥੈਂਕ ਯੂ। ਸੋ ਬਹੁਤ ਬਹੁਤ ਧੰਨਵਾਦ ਨਵ ਜੀ। ਆਸ ਕਰਦੇ ਹਾਂ ਕਿ ਫੇਰ ਵੀ ਕਦੇ ਜਦੋਂ ਕਿਤੇ ਸਾਨੂੰ ਜਾਂ ਸਾਡੇ ਦਰਸ਼ਕਾਂ ਨੂੰ ਜ਼ਰੂਰਤ ਪਊਗੀ ਗਾਈਡੈਂਸ ਦੇ ਲਈ ਅਸੀਂ ਤੁਹਾਨੂੰ ਦੁਬਾਰਾ ਇਨਵਾਈਟ ਕਰਾਂਗੇ ਤੇ ਤੁਸੀਂ ਜ਼ਰੂਰ ਆਓਗੇ। ਬਹੁਤ ਬਹੁਤ ਧੰਨਵਾਦ ਜੀ ਅੱਜ ਲਈ। ਥੈਂਕ ਯੂ ਜੀ ਰਵਿੰਦਰ ਜੀ, ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਨਵਤੇਜ ਵੱਲੋਂ ਸਤਿ ਸ਼੍ਰੀ ਅਕਾਲ।